ਸਤਿ ਸ਼੍ਰੀ ਅਕਾਲ ਦੋਸਤੋ। ਮਾਨਸਾਪੁਰ ਜੀ ਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਇੱਕ ਮੈਥ ਦੀ ਮੌਕ ਟੈਸਟ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ, ਜਿਹਦਾ ਅੱਜ ਕੀ ਪਹਿਲਾ ਲੈਕਚਰ ਆਊਗਾ। ਇਸ ਤੋਂ ਅਗਾਂਹ ਮੈਂ ਹੋਰ ਵੀ ਅਪਡੇਟਸ ਇਸ ਬਾਰੇ ਕਰੂੰਗਾ। ਇਹ ਵੀਡੀਓਜ਼ ਨੇ ਜਿਹੜੀਆਂ ਮੈਂ ਬਣਾ ਰਿਹਾ ਕੰਪਿਊਟਰ ਦੇ ਨਾਲ ਰਿਲੇਟਡ, ਜੀਕੇ ਦੇ ਨਾਲ ਰਿਲੇਟਡ, ਮੈਥ ਦੇ ਨਾਲ ਰਿਲੇਟਡ, ਤਾਂ ਹੋਰ ਵੀ ਸਬਜੈਕਟਸ ਦੇ ਬਾਰੇ ਅਪਲੋਡ ਕਰਦੇ ਰਹਾਂਗੇ। ਇਹ ਆਉਣ ਵਾਲੇ ਪੇਪਰਾਂ ਦੇ ਵਿੱਚ ਤੁਹਾਨੂੰ ਜਿਵੇਂ ਵਾਕਫ ਬੋਰਡ, ਪਟਵਾਰੀ ਵਗੈਰਾ, ਕਾਨੂੰਗੋ ਦੀਆਂ ਪੋਸਟਾਂ ਆਉਣਗੀਆਂ। ਤੁਹਾਡਾ ਫੋਰੈਸਟਰ ਦੇ ਵਿੱਚ ਹੁਣ ਪੋਸਟਾਂ ਖੁੱਲ੍ਹੀਆਂ ਨੇ, ਠੀਕ ਹੈ ਜੀ। ਤਾਂ ਜਿਹੜਾ ਵੀ ਪੰਜਾਬ ਦਾ ਪੇਪਰ ਹੋਊਗਾ ਉਹਦੇ ਸੰਬੰਧਿਤ ਇਹ ਪ੍ਰੀਵੀਅਸ ਈਅਰ ਪੇਪਰ ਨੇ। ਤੁਸੀਂ ਧਿਆਨ ਦੇ ਨਾਲ ਇਹ ਮੌਕ ਟੈਸਟ ਨੂੰ ਪ੍ਰਪੇਅਰ ਕਰਨਾ ਜੀ, ਜਿਹੜਾ ਕਿ ਤੁਹਾਨੂੰ ਬਹੁਤ ਹੈਲਪ ਕਰੂਗਾ, ਠੀਕ ਹੈ ਜੀ। ਤਾਂ ਆਪਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੀ ਤਰਫ। ਕਹਿੰਦਾ ਡਿਊ ਟੂ 25% ਇਨਕਰੀਜ਼ ਇਨ ਦਾ ਪ੍ਰਾਈਸ ਆਫ ਰਾਈਸ per kilogram a person is able to purchase 20 kilogram less for rupees for 400. what is the increase price of rice per kilogram? ठीक है, ਇਹ ਕੁਐਸਚਨ ਹੈ ਜਿਹੜਾ ਇਹਨੂੰ ਤੁਸੀਂ ਕਿਵੇਂ ਸੋਲਵ ਕਰਨਾ। ਦੇਖੋ ਸਿੰਪਲ, ਪਹਿਲਾਂ ਮੈਂ ਤੁਹਾਨੂੰ ਗੱਲ ਸਮਝਾ ਦਾਂ ਵੀ ਇੱਥੇ ਇਹਨੇ ਲਾਈਨ ਕਹੀ ਕੀ ਆ ਕਿ 25% ਹੈ ਜਿਹੜਾ ਕਿਲੋਗ੍ਰਾਮ ਮਗਰ ਕੀ ਹੈ ਪ੍ਰਾਈਸ ਹੈ ਜਿਹੜਾ ਉਹ ਵੱਧ ਚੁੱਕਿਆ, ਠੀਕ ਹੈ ਜੀ। ਅਤੇ ਤੁਹਾਡਾ ਜਿਹੜਾ ਤੁਸੀਂ 400 ਰੁਪਏ ਦੀ ਜਿਹੜੀ ਕੀ ਲੈਂਦੇ ਹੋ ਰਾਈਸ ਲੈਂਦੇ ਹੋ, ਅਤੇ ਤੁਹਾਨੂੰ ਕੀ ਹੈ ਜੀ 20 ਕਿਲੋਗ੍ਰਾਮ ਘੱਟ ਮਿਲਦੇ ਨੇ, ਠੀਕ ਹੈ। ਕਿਵੇਂ ਘੱਟ ਮਿਲਦੇ ਨੇ ਸੁਣੋ ਥੋੜ੍ਹਾ ਜਿਹਾ। ਮੈਂ ਇੱਕ ਐਗਜ਼ਾਮਪਲ ਲੈਣਾ ਇਸ ਤੋਂ ਹਟ ਕੇ। ਕੀ ਐਗਜ਼ਾਮਪਲ ਹੈ? ਤੁਸੀਂ ਕੀ ਸੀਗੇ ਜੀ 100 ਰੁਪਈਆ ਤੁਹਾਡੇ ਕੋਲ, ਤੁਸੀਂ ਦੁਕਾਨਦਾਰ ਦਿਓ ਚੌਲ ਲੈਣ ਗਏ, ਠੀਕ ਹੈ, ਜਾਂ ਰਾਈਸ ਲੈਣ ਗਏ, ਤਾਂ ਉਹਨੇ ਤੁਹਾਨੂੰ ਕੀ ਹੈ ਜੀ 100 ਕਿਲੋ ਦੇ ਤੇ। ਆਪਾਂ ਐਗਜ਼ਾਮਪਲ ਦੇ ਤੌਰ 'ਤੇ ਗੱਲ ਕਰਦੇ ਹਾਂ। 100 ਰੁਪਏ ਦੇ ਤੁਹਾਨੂੰ ਕੀ ਦਿੱਤੇ? 100 ਕਿਲੋ ਦੇ ਤੇ। ਬਟ ਤੁਸੀਂ ਕੀ ਕੀਤਾ ਜੀ, ਮਹੀਨੇ ਕੁ ਬਾਅਦ ਫੇਰ ਜਾਓ ਅਤੇ ਰੁਪਈਆ ਵੀ ਤੁਹਾਡੇ ਕੋਲ 100 ਹੋਵੇ, ਬਟ ਦੁਕਾਨਦਾਰ ਦੇਵੇ ਕਿੰਨੇ? 80 ਕਿਲੋ ਦੇਵੇ। ਪਹਿਲਾਂ 100 ਦੇ 100 ਕਿਲੋ ਦੇਈ ਜਾਂਦਾ ਸੀ, ਅਤੇ ਹੁਣ ਕੀ ਹੈ ਜੀ 100 ਦੇ 80 ਕਿਲੋ ਹੀ ਦਿੰਦਾ, ਠੀਕ ਹੈ। ਤਾਂ ਇਹੀ ਸਿਚੁਏਸ਼ਨ ਹੈ ਜੀ। ਕੀ ਮਤਲਬ ਹੈ ਵੀ ਪ੍ਰਾਈਸ ਤਾਂ ਕੀ ਹੋਇਆ ਜੀ ਵੱਧ ਗਿਆ, ਅਤੇ ਤੁਹਾਡੇ ਜਿਹੜੀ ਕੁਆਂਟੀਟੀ ਆ ਉਹ ਘੱਟ ਗਈ। ਮਤਲਬ ਪ੍ਰਾਈਸ ਦੇ ਵਧਣ ਨਾਲ ਤੁਹਾਨੂੰ ਕੁਆਂਟੀਟੀ ਕੀ ਹੈ ਜੀ ਘੱਟ ਲੈ ਰਹੇ ਹੋ, ਠੀਕ ਹੈ। ਤਾਂ ਇਹੀ ਸਿਚੁਏਸ਼ਨ ਇਹਦੇ ਵਿੱਚ ਹੈ ਵੀ 400 ਰੁਪਏ ਦੇ ਵਿੱਚ ਤੁਹਾਨੂੰ ਕੀ ਹੈ ਜੀ 20 ਕਿਲੋ ਘੱਟ ਮਿਲਦੇ ਨੇ, ਠੀਕ ਹੈ। ਹੁਣ ਇਹ ਕੁਐਸਚਨ ਨੂੰ ਸੋਲਵ ਕਰਨ ਦਾ ਇੱਕੋ ਇੱਕ ਹੀ ਤਰੀਕਾ ਜੀ, ਜਿਵੇਂ ਮਰਜ਼ੀ ਕੁਐਸਚਨ ਉਹ ਪੁੱਛ ਲਏ ਤੁਸੀਂ ਉਵੇਂ ਹੀ ਕਰ ਦਿਓ। ਦੇਖੋ ਜੀ, ਨਿਊ ਬਰਾਬਰ ਓਰੀਜਨਲ ਪਲੱਸ ਮਾਈਨਸ ਕੁਆਂਟੀਟੀ, ਆਹ ਫਾਰਮੂਲੇ 'ਤੇ ਖੜਾ ਸਾਰਾ ਸਮ। ਫਾਰਮੂਲਾ ਨਹੀਂ ਹੈਗਾ ਇਹ, ਸਿੰਪਲ ਬਸ ਟ੍ਰਿਕ ਹੈ। ਨਿਊ ਐਨ ਓਰੀਜਨਲ ਓ, ਠੀਕ ਹੈ, ਕੁਆਂਟੀਟੀ ਕਿਊ, ਠੀਕ ਹੈ ਜੀ। ਆਹ ਜਿਹੜਾ ਪਲੱਸ ਮਾਈਨਸ ਦਾ ਚੱਕਰ ਹੈ, ਦੇਖੋ ਜਦੋਂ ਤਾਂ ਹੈਗਾ ਤੁਹਾਡਾ ਮਾਈਨਸ ਕਦੋਂ ਆਊਗਾ? ਵੀ ਜਦੋਂ ਤੁਸੀਂ ਕੁਆਂਟੀਟੀ ਕੀ ਹੈ ਜੀ ਤੁਹਾਨੂੰ ਲੈਸ ਦੇਵੇ, ਘੱਟ ਦੇਵੇ। ਮਤਲਬ ਕਿੰਨੀ ਘੱਟ ਦਿੱਤੀ ਹੈ? 20 ਕਿਲੋਗ੍ਰਾਮ। ਜੇ ਇੱਥੇ ਕਹਿ ਦਿੰਦਾ 20 ਕਿਲੋਗ੍ਰਾਮ ਜ਼ਿਆਦਾ ਮਿਲਦੇ ਨੇ ਤਾਂ ਤੁਸੀਂ ਕੀ ਪਾਉਂਦੇ? ਪਲੱਸ ਪਾਉਂਦੇ, ਠੀਕ ਹੈ। ਤਾਂ ਆਪਾਂ ਸੋਲਵ ਕਰਦੇ ਹਾਂ ਕੁਐਸਚਨ ਨੂੰ। ਨਿਊ ਬਰਾਬਰ ਓਰੀਜਨਲ ਮਾਈਨਸ ਕੀ ਹੈ ਜੀ ਕੁਆਂਟੀਟੀ, ਕਿੰਨੀ ਘੱਟ ਹੈ ਜੀ 20 ਘੱਟ ਹੈ, ਠੀਕ ਹੈ ਜੀ। ਤਾਂ ਨਿਊ ਹੈ ਜਿਹੜਾ ਇਹਦੀ ਤੁਸੀਂ ਵੈਲਿਊ ਕੱਢਣੀ ਹੈ, ਠੀਕ ਹੈ। ਓਰੀਜਨਲ ਆਪਣੇ ਆਪ ਨਿਕਲਿਆ ਆਊਗਾ। ਨਿਊ ਦੀ ਵੈਲਿਊ ਕਿਵੇਂ ਕੱਢੋਗੇ? ਨਿਊ ਪ੍ਰਾਈਸ ਦੀ ਤਾਂ 25% ਇਨਕਰੀਜ਼ ਹੋਇਆ ਜੀ, ਠੀਕ ਹੈ। 25% ਦੀ ਵੈਲਿਊ ਕਿੰਨੀ ਹੁੰਦੀ ਹੈ ਜੀ 1/4 ਹੁੰਦੀ ਹੈ। ਇਹਨੂੰ ਕੱਢਣਾ ਕਿਵੇਂ ਹੈ? ਤਾਂ ਤੁਹਾਡੀ ਜਿਹੜੀ ਕੁਆਂਟੀਟੀ ਹੁੰਦੀ ਆ ਉਹਦੇ ਨਾਲ ਕੀ ਕਰਨਾ ਜੀ, ਇਹਨੂੰ ਕ੍ਰੋਸ ਮਲਟੀਪਲਾਈ ਕਰਵਾ ਦੇਣਾ, ਠੀਕ ਹੈ। 25% ਦੀ ਵੈਲਿਊ ਕਿੰਨੀ ਆਈ? 1/4 ਆਈ। 20 ਕਿਲੋਗ੍ਰਾਮ ਕੀ ਸੀਗਾ? ਵੇਟ ਸੀਗਾ, ਠੀਕ ਹੈ। ਤਾਂ 1 ਦੀ ਵੈਲਿਊ ਕੀ ਆਈ ਜੀ 80 ਆਈ। ਇਹ ਵੈਲਿਊ ਕੀ ਹੋਊਗੀ 80 ਜਿਹੜੀ ਹੋਊਗੀ ਇਹ ਨਿਊ ਦੀ ਵੈਲਿਊ ਹੋਊਗੀ। ਇਹ ਤੁਸੀਂ ਫਾਰਮੂਲੇ ਦੇ ਵਿੱਚ ਕੀ ਕਰ ਦੇਣੀ ਹੈ? ਪੁੱਟ ਕਰ ਦੇਣੀ ਹੈ 80 ਇਕੁਅਲ ਟੂ ਓਰੀਜਨਲ ਮਾਈਨਸ 20। ਇੱਥੋਂ ਤੁਹਾਡਾ ਕੀ ਨਿਕਲਿਆ ਜੀ ਓਰੀਜਨਲ ਕੁਆਂਟੀਟੀ ਨਿਕਲਿਆ ਜੀ, ਮਾਈਨਸ 20 ਉੱਧਰ ਜਾ ਕੇ ਪਲੱਸ ਦਾ ਹੋ ਜਾਊਗਾ, ਤਾਂ 100 ਆ ਗਏ ਜਿਹੜੇ ਜੀ ਹੋਊਗੀ ਆ ਗਿਆ ਜੀ ਓਰੀਜਨਲ, ਠੀਕ ਹੈ। ਅਤੇ ਜਿਹੜੀ ਨਿਊ ਕੁਆਂਟੀਟੀ ਸੀਗੀ ਉਹ ਕਿੰਨੀ ਸੀਗੀ ਜੀ 80 ਸੀਗੀ, ਠੀਕ ਹੈ ਜੀ। ਦੋ ਵੈਲਿਊਜ਼ ਆ ਗਈਆਂ। ਹੁਣ ਜਿਹੜਾ 400 ਹੈ ਬਸ ਇਹਦੇ ਨਾਲ ਇਹਨੂੰ ਕੀ ਕਰ ਦੇਣਾ ਜੀ ਡਿਵਾਈਡ ਕਰ ਦੇਣਾ। ਜਦੋਂ ਤੁਸੀਂ 400 ਨੂੰ 100 ਨਾਲ ਡਿਵਾਈਡ ਕਰੋਗੇ ਤਾਂ 100 ਕਿਹਦੀ ਵੈਲਿਊ ਹੈ ਜੀ ਓਰੀਜਨਲ ਦੀ ਵੈਲਿਊ ਹੈ, ਓਰੀਜਨਲ ਦੀ ਵੈਲਿਊ ਆ ਜੂਗੀ। ਨਿਊ ਦੀ ਵੈਲਿਊ ਕੀ ਕਰੋਗੇ ਜੀ 400 ਨੂੰ 80 ਨਾਲ ਡਿਵਾਈਡ ਕਰ ਦੋਗੇ, ਠੀਕ ਹੈ। ਕੱਟ ਕੇ ਨਿਊ ਦੀ ਵੈਲਿਊ ਆ ਜੂਗੀ 5 ਰੁਪਏ ਪਰ ਕਿਲੋਗ੍ਰਾਮ, ਓਰੀਜਨਲ ਦੀ ਵੈਲਿਊ ਆ ਜੂਗੀ ਜੀ 4 ਰੁਪਏ ਪਰ ਕਿਲੋਗ੍ਰਾਮ, ਕਿਉਂਕਿ ਉਹਨੇ ਪਰ ਕਿਲੋਗ੍ਰਾਮ ਪੁੱਛਿਆ ਨਾ, ਠੀਕ ਹੈ। ਸਿੰਪਲ ਜਿਹਾ ਤਰੀਕਾ ਹੈ। ਓਰੀਜਨਲ ਦੀ ਵੈਲਿਊ ਕਿੰਨੀ ਆ ਗਈ 4 ਆ ਗਈ, ਨਿਊ ਦੀ ਵੈਲਿਊ ਕਿੰਨੀ ਆ ਗਈ ਜੀ 5 ਆ ਗਈ, ਠੀਕ ਹੈ ਜੀ। ਹੁਣ ਇਹਨੇ ਕੁਐਸਚਨ ਕੀ ਪੁੱਛਿਆ ਹੋਇਆ? ਵਾਟ ਇਜ਼ ਦਾ ਇਨਕਰੀਜ਼ ਪ੍ਰਾਈਸ ਆਫ ਰਾਈਸ ਪਰ ਕਿਲੋਗ੍ਰਾਮ। ਜਿਹੜਾ ਪ੍ਰਾਈਸ ਹੈ ਇਨਕਰੀਜ਼ ਪ੍ਰਾਈਸ ਮਤਲਬ ਨਿਊ ਪ੍ਰਾਈਸ ਕੀ ਹੋ ਗਿਆ? ਤਾਂ ਨਿਊ ਪ੍ਰਾਈਸ ਕੀ ਹੋ ਗਿਆ ਜੀ 5 ਰੁਪਏ ਪਰ ਕਿਲੋਗ੍ਰਾਮ।
ठीक है। तो जिहड़ा इहदा सही आंसर है जी वो हैगा जी ₹5। तो ऑप्शन 'ਚ देखो ਤੁਹਾਨੂੰ डी ऑप्शन ਦੇ ਵਿੱਚ 4 ਵੀ ਮਿਲਦਾ ठीक है। 4 ਤਾਂ ਹੁੰਦਾ ਜੇ ਤੁਹਾਡਾ ਕੀ ਸੀਗਾ ਜੀ ओरिजिनल प्राइस ਪੁੱਛਦਾ ਵੀ ਪਹਿਲਾਂ ਵਾਲਾ ਪ੍ਰਾਈਸ ਕੀ ਸੀ, ਤਾਂ ਉਹ ਕੀ ਸੀਗਾ ਜੀ ₹4 ਸੀਗਾ ठीक है। ਤਾਂ ਬਹੁਤ ਬੱਚੇ ਕੀ ਹੈ ਜੀ ਗਲਤ ਕਰਿਆ ਹੁੰਦੇ ਇਹਦੇ ਵਿੱਚੋਂ ठीक है। ਸੋਲਵ ਹੋ ਜਾਂਦਾ ਕੁਐਸਚਨ ਬਟ ਉਹਨਾਂ ਨੂੰ ਐ ਨਹੀਂ ਪਤਾ ਲੱਗਦਾ ਵੀ ਇਹ ਨਿਊ ਪ੍ਰਾਈਸ ਆ ਕਿ ओरिजिनल ਪ੍ਰਾਈਸ ਹੈ। ਬਸ ਇਹ ਤਰੀਕਾ ਤੁਸੀਂ ਲਾਓ ਤੇ ਆਪਣੇ ਆਪ ਤੁਹਾਨੂੰ ਪਤਾ ਹੋ ਜਾਊਗਾ। ਤੀਜਾ ਕੁਐਸਚਨ ਕੀ ਬਣਾ ਲੈਂਦਾ ਉਹ ਇਸ ਤੋਂ ਕਿ ਤੁਹਾਡਾ ਜਿਹੜਾ ਰਿਡਿਊਸਡ ਪ੍ਰਾਈਸ ਹੈ ਕਿੰਨਾ ਰਿਡਿਊਸ ਹੋ ਗਿਆ, मतलब ਕਿੰਨਾ ਰਿਡਿਊਸ ਹੋ ਗਿਆ ਜੀ, ਸੌਰੀ ਪ੍ਰਾਈਸ ਹੈ ਜਿਹੜਾ ਉਹ ਕਿੰਨਾ ਵੱਧ ਗਿਆ, ਪ੍ਰਾਈਸ ਕਿੰਨਾ ਵੱਧ ਗਿਆ ਜੀ। ਪਹਿਲਾਂ ओरिजिनल ਕਿੰਨਾ ਸੀ 4 ਸੀ, ਨਿਊ ਕਿੰਨਾ ਹੋ ਗਿਆ 5 ਹੋ ਗਿਆ, ਤਾਂ ਵਧਿਆ ਕਿੰਨਾ ਜੀ 1। ਤਾਂ ਇਹ ਵੀ ਕੁਐਸਚਨ ਤੁਹਾਨੂੰ ਪੁੱਛ ਸਕਦਾ ਠੀਕ ਹੈ। ओरिजिनल ਪ੍ਰਾਈਸ ਪੁੱਛ ਸਕਦਾ, ਨਿਊ ਪ੍ਰਾਈਸ ਪੁੱਛ ਸਕਦਾ, ਕਿੰਨਾ ਵਧਿਆ ਠੀਕ ਹੈ ਉਹ ਵੀ ਪੁੱਛ ਸਕਦਾ, 1 ਵਧਿਆ ਠੀਕ ਹੈ ਜੀ। ਤਾਂ ਸਿੰਪਲ ਕੁਐਸਚਨ ਹੈ ਤਾਂ ਯਾਦ ਰੱਖਿਓ। ਇਹ ਹੁਣ ਦੇਖੋ ਇੱਥੇ 25% ਸੀ ठीक है। जे हुण इत्थे थोड़ा जिहा डिफरेंस पाउणा होवे की पा सकदा तुहानूं उलझाउण लई 16 सी 2/3% पा दे जी मान लो, तो उहदी वैल्यू तुसीं कढ दोगे। उहदी वैल्यू तुहानूं पता जी किन्नी हुंदी है 16 ती 48 तो 50/3 गुणा 100% का तो कितना आ गया जी 1/6 आ गया। तो फिर तुसीं 1/6 नूं 20 नाल मल्टीप्लाई कर दिंदे ठीक है। तो जे फ्रैक्शन वैल्यू है मतलब कहण दा मतलब ये है तो तुसीं उवें सॉल्व करना है ठीक है, जिवें तुहाडा जिहड़ा मैथड आ वो लग्गिया होया ठीक है जी। होप करदा कि तुहानूं समझ आ गया होऊगा। इफ इनकम ऑफ विद्या इज 20% 25% मोर दैन दैट ऑफ आरती then income of आरती इज हाउ मच % लैस दैन दैट ऑफ विद्या। ਇਹੋ ਜਿਹਾ ਜਦੋਂ ਵੀ ਕੁਐਸਚਨ ਆਵੇ ਦਿਖੇ ਤੁਹਾਨੂੰ ਪੇਪਰ ਦੇ ਵਿੱਚ ਬਸ ਜਿਵੇਂ ਜਿਵੇਂ ਇਹ ਲਿਖੀ ਜਾਂਦਾ ਹੈ ਉਵੇਂ ਉਵੇਂ ਤੁਸੀਂ ਆਪਣੀਆਂ ਲਾਈਨਾਂ ਪੜ੍ਹ ਕੇ ਕੁਐਸਚਨ ਨੂੰ ਸੋਲਵ ਕਰੀ ਚੱਲੋ। ਮੈਨੂੰ ਕੀ ਦਿੱਤਾ ਜੀ ਇਨਕਮ ਆਫ ਵਿਦਿਆ ਇਜ਼ 25% ਮੋਰ ਦੈਨ ਦੈਟ ਆਫ ਆਰਤੀ। ਦੋ ਬੰਦੇ ਨੇ ਜੀ, ਇੱਕ ਆਰਤੀ ਹੈ ਇੱਕ ਵਿਦਿਆ, ਲਿਖ ਲਈ ਮੈਂ ਠੀਕ ਹੈ। ਵਿਦਿਆ ਦੀ ਜਿਹੜੀ ਇਨਕਮ ਆ ਉਹ 25% ਮੋਰ ਹੈ ਕਿਹਦੇ ਨਾਲੋਂ ਆਰਤੀ ਨਾਲੋਂ। ਮੈਂ ਮੰਨ ਲਿਆ ਵੀ 100% ਆਰਤੀ ਦੀ ਮਤਲਬ 100 ਰੁਪਇਆ ਮਿਲਦਾ ਇਨਕਮ ਹੈ ਉਹਦੀ, ਤਾਂ ਉਹਦੀ ਵਿਦਿਆ ਦੀ ਕਿੰਨੀ ਹੈ 25% ਜ਼ਿਆਦਾ ਹੈ, ਤਾਂ ਵਿਦਿਆ ਦੀ ਕਿੰਨੀ ਹੋਊਗੀ 125 ਹੋਊਗੀ। ਕਲੀਅਰ ਹੈ ਜੀ ਗੱਲ। ਤਾਂ ਕੁਐਸਚਨ ਕੀ ਕਹਿੰਦਾ ਜੀ ਦੈਨ ਇਨਕਮ ਆਫ ਆਰਤੀ ਇਜ਼ ਹਾਊ ਮਚ % ਲੈਸ। ਆਰਤੀ ਦੀ ਜਿਹੜੀ ਇਨਕਮ ਹੈ ਉਹ ਕਿੰਨੀ ਲੈਸ ਹੈ ਵਿਦਿਆ ਨਾਲੋਂ 25 ਲੈਸ ਹੈ ਮੈਨੂੰ ਦਿਖ ਰਿਹਾ ਹੈ। ਤੇ ਦੈਨ ਦੈਟ ਆਫ ਵਿਦਿਆ ਕਿਹਦੇ ਨਾਲ ਜੀ ਵਿਦਿਆ ਦੇ ਨਾਲੋਂ, ਤਾਂ ਵਿਦਿਆ ਕੀ ਆ ਜਾਊਗਾ ਥੱਲੇ ਆ ਜਾਊਗਾ ਗੁਣਾ 100% ਦਾ ਕੱਟ ਕੇ ਤੁਹਾਡਾ ਕੀ ਆ ਜਾਊਗਾ ਜੀ 20% ਹੈ ਜਿਹੜਾ ਉਹ ਆਨਸਰ ਆ ਜਾਊਗਾ। ਆਪਸ਼ਨ ਸੀ ਇਹਦਾ ਜਿਹੜਾ ਹੈ ਜੀ ਸਹੀ ਆਨਸਰ ਹੈ। ਦੂਜਾ ਤਰੀਕ ਕੀ ਹੈ ਜੀ, ਇਹਨੂੰ ਰੇਸ਼ੋ ਮੈਥਡ ਨਾਲ ਵੀ ਕਰ ਸਕਦੇ ਹੋ, ਪਰਸੈਂਟੇਜ ਮੈਥਡ ਨਾਲ ਵੀ ਕਰ ਸਕਦੇ ਹੋ ਵੀ ਮਤਲਬ 25% ਵੈਲਿਊ 25% ਦੀ ਵੈਲਿਊ ਕਿੰਨੀ ਹੁੰਦੀ ਹੈ ਜੀ 1/4 ਹੁੰਦੀ ਹੈ ਠੀਕ ਹੈ। ਮਤਲਬ ਆਰਤੀ ਤੇ ਵਿਦਿਆ ठीक है, विद्या की है जी 25% मोर है, मतलब जे आरती 4 है तो विद्या कितनी है जी 1 ज़्यादा है ठीक है, कितनी है जी 5 है। तो इन्हें की क्या है जी इनकम ऑफ आरती इज हाउ मच % लैस, तो ये अकॉर्डिंग कितनी लैस है जी 1 लैस है किहदे नालों विद्या दे नालों 5 है जी की, तो परसेंट का 100 कट के कितना आ जाऊगा जी 20% आंसर आ जाऊगा ठीक है। ध्यान नाल कर लो जी। चलते हैं नैक्सट क्वेश्चन की तरफ। ए परसन सोल्ड हिज पेन for ₹75 and got a % profit equal to the cost price of watch is। ਇਹ क्वेश्चन है ਜਿਹੜਾ ਇਹ ऑप्शन ਤੇ डिपेंडेंट है ठीक है। ऑप्शन ਤੇ डिपेंडेंट है किमें डिपेंडेंट है ਪਹਿਲਾਂ मैं ਤੁਹਾਨੂੰ ਇੱਕ ਗੱਲ ਦੱਸਦਾ। ਦੇਖੋ ਜੀ प्रॉफिट लॉस वाला ਜਿਹੜਾ चैप्टर है ਉਹ ਕਿਹੜੇ फार्मूले ਤੇ बेसिकली खड़ा ਹੁੰਦਾ सेलिंग प्राइस into 100 कॉस्ट प्राइस into 100 प्लस प्रॉफिट या लॉस। इत्थे आपां नूं प्रॉफिट दिता तां आपां की ले लिया जी प्रॉफिट ले लिया, प्लस पा लिया, जे माइनस हुंदा तां आपां लॉस ले लैंदे ठीक है जी। हुण देखो इत्थे तुसीं उहने की कहा जी जिहड़ा परसेंट प्रॉफिट है वो इक्वल है जी किहदे कॉस्ट प्राइस दे इक्वल है। मान लो भी जे कॉस्ट प्राइस 50 आ गई, जे कॉस्ट प्राइस 50 है तो प्रॉफिट परसेंट भी कितना होगा जी 50 हो ठीक है जी। मतलब की है प्रॉफिट परसेंट है तो जो कॉस्ट प्राइस है वो की ने जी इक्वल ने ठीक है। मैं एक लैट किया जी सिंपल, मान लो भी जो कॉस्ट प्राइस 50 हैगा तो प्रॉफिट परसेंट भी की होगा 50 होगा। हुण गल आ गई ऑप्शन की ठीक है। मैनू पता है जी आंसर की है जी 50 हैगा ठीक है, मैनू पहला पता है बट तुहानूं पेपर दे विच नहीं पता होगा। वो तुसीं की है जी मल्टीप्लाई करके देख लोगे। किवें देख लोगे, देखो जी सैलिंग प्राइस की वैल्यू कितनी दी हुई है 75 गुणा 100 फार्मूले का बराबर कॉस्ट प्राइस कितनी है जी मैनू पता है भी ऑप्शन सी है जी जो आंसर आया हुआ कॉस्ट प्राइस का आया हुआ कॉस्ट प्राइस 50 जी ठीक है 100 फार्मूले का कॉस्ट प्राइस तो प्रॉफिट परसेंट है जो इक्वल है कॉस्ट प्राइस कितना सी 50 सी तो प्रॉफिट परसेंट भी कितना है 50 का
7500 बराबर 50 गुणा 150। मैनू पता जी 15 5 75 होंगी है, तो 7500 बराबर 7500, मतलब मेरा ऑप्शन है जी वो सैटिस्फाई कर रही है। ठीक है, तो जो सही आंसर है जी वो की है जी 50 गा। ठीक है, तो तुम एक ऑप्शन होर चैक के देख लो, भावें जे तुम अजमाना, तो सैलिंग प्राइस कितना है 75 है, गुणा 100 फार्मूले का, कॉस्ट प्राइस मैं मान लिया भी 40 है, ये ऑप्शन चक लिया आप 40 है। ठीक है, 100 फार्मूले का, प्रॉफिट परसेंट तो कॉस्ट प्राइस की ने इक्वल ने, जो कॉस्ट प्राइस 40 है तो प्रॉफिट परसेंट भी 40 है। कि इतने सूँ पता लगी जाता भी 40 गुणा 140 बन सकता कुछ 14 चौका तो किन्ने होंगे ने जी 56 होंगे ने, बट इतने अपन किन्ने चाहिए ने 7500 चाहिए ने, 2 जीरो तो लग ही जानी, तो पता ही आपको। ठीक है जी, तो इस तरह तुम सीधा ही याद कर सकते हो, थोड़ा फार्मूला भी नहीं लिखने की लोड़। ठीक है, ये सिर्फ समझाने सी, तरीका समझाने सी। हुण देखो थोनों पता है भी मैं 75 बनाना यार, 75 मेरा किवें बनूगा 50 या फिर 15 के नाल ही बनूगा, 15 5 75 होंगे। ठीक है, जे मैं इत्थे 50 लिखूँगा तो इत्थे 50 लिखूँगा। ठीक है, तो ऑप्शन सी है जिहड़ा वो सही आंसर है जी इहदा। ठीक है, जिहड़ा आ फार्मूला है ना, इनू जिवें मर्जी तुसीं की करी चलो, मोल्ड करी चलो। मतलब जे तुसीं सैलिंग प्राइस कढ़ना तो 100 उधर जाके डिवाइड च हो जाऊगा, कॉस्ट प्राइस कढ़ना है आह वाली चीज़ उधर डिवाइड हो जू। ठीक है, तो डिपेंड करता तुहाडे ते। फोर्थ क्वेश्चन, कॉस्ट ऑफ अ पैकेट ऑफ कॉफ़ी पाउडर एंड अ लीटर ऑफ मिल्क आर ₹20 एंड 30। ठीक है, दो चीज़ा ने कि एक जी कॉफ़ी का पैकेट है, ठीक है मतलब पाउडर है जो आप पाने कॉफ़ी का पाउडर, एक जी मिल्क है जी लीटर है जो वो चीज़ है जी। जी कॉफ़ी का पैकेट है वो ₹20 का मिलता है, तो लीटर दुध की कीमत की है जी ₹30 है। ठीक है जी, 10 कप्स ऑफ कॉफ़ी इज़ मेड विद 1 पैकेट। ठीक है, 10 कप कॉफ़ी के एक पैकेट के नाल मतलब बनते हैं 10 कप जे तुसी कॉफ़ी के बनाने ने तो तुहाडा एक पैकेट लगूगा कॉफ़ी का। ठीक है, एंड फॉर ईच कप 200 मिलीमीटर, ठीक है मिलीलीटर ऑफ मिल्क इज़ यूज। इफ कॉफ़ी इज़ सोल्ड एट 25% प्रॉफिट द सैलिंग प्राइस ऑफ ईच कप ऑफ कॉफ़ी इज़। तो इन्हें पूछा है जी हर एक कप का जोड़ा सैलिंग प्राइस होगा की होगा। ठीक है, तो देखो जी आपू एक कप की है जी सैलिंग प्राइस आप फाइंड करनी है। ठीक है, इन्हें क्वेश्चन की लिखा जी कॉस्ट ऑफ पैकेट ऑफ कॉफ़ी पाउडर। देखो जी कॉफ़ी पाउडर है जोड़ा वो पैकेट की कीमत कितनी है ₹20 है। ठीक है जी, मिल्क का 1 लीटर का रेट कितना है जी 30 है। ठीक है, 10 कप्स ऑफ कॉफ़ी जो मतलब मैं 10 कप कॉफ़ी के बनाना, ठीक है, तो वो एक पैकेट है जोड़ा वो पाउडर पै जाता है। ठीक है, 10 कपां पिछे एक पाउडर पै जाता है जोड़ा कि 20 रुपये का है, बट आपको किन्ने चाहिए जी एक कप की चाहिए आपको। ठीक है, एक कप के वास्ते की होगा जी 10 कप वास्ते मैनू की है जी किन्ने का मेरा पाउडर लगूगा। देखो पहली गल तो सुनो, 10 कपां वास्ते मेरे 20 रुपये का कॉफ़ी पाउडर लगूगा, बट मैंने एक दी चाहिए है, तो एक जोड़ा कप है वो वास्ते किन्ने रुपए की कॉफ़ी पाउडर लगूगा 20/10, मतलब मेरी 2 रुपये की कॉफ़ी पाउडर लगूगी। 2 रुपये का मेरा कॉफ़ी पाउडर लगूगा एक कप के लिए, तो जोड़ा ईच कप है जोड़ा 200 मिलीलीटर वो की पैंदा जी दुध पैंदा है। ठीक है, एक कप बनाने के लिए 200 मिलीलीटर दुध है जोड़ा यूज़ होंदा है, बट जोड़ा दुध हैगा वो 30 रुपये लीटर है। ठीक है, तुसी कितना यूज़ करना है 200 मिलीलीटर यूज़ करना है, मतलब पंजवां हिस्सा यूज़ करना है। पंजवां हिस्सा 30 का की होगा जी 6 रुपये हो गए, मतलब 2 रुपये का तुहाडा कॉफ़ी पाउडर लगूगा तो 6 रुपये का तुहाडा की लगूगा जी दुध का दुध दुध लगूगा 6 रुपये का, तो तुहाडा जिहड़ा टोटल है जिहड़ा वो कॉस्ट प्राइस पै जूगी वो पै जूगा 8 रुपये। समझे गल जी, 2 रुपये का तुहाडा की लगू कॉफ़ी पाउडर लगू, 6 रुपये का तुहाडा दुध लगू एक कप कॉफ़ी का बनाने के लिए, तुहाडी जिहड़ा टोटल कॉस्ट प्राइस खर्चा आ जूगा वो 8 रुपये आ जूगा। ठीक है जी, तो उस तो बाद उन्होंने की करना है जी इफ़ कॉफ़ी इज सोल्ड एट 25% प्रॉफिट। कॉस्ट प्राइस 8 है जी। ठीक है, 100 आपां की करना जी प्रॉफिट लैना किन्ने का 25 का। ठीक है, तो फार्मूला की सीगा कॉस्ट प्राइस इंटू 100 प्लस प्रॉफिट इक्वल टू सैलिंग प्राइस इंटू 100। आ जिहड़ा 100 आओ की आ जूगा जी थले आ जूगा,
ਇਹ ਹੋ ਜਾਊਗਾ ਜੀ 8 ਗੁਣਾ 125 ਬਟਾ 100। ਕੱਟੋਗੇ ਜਦੋਂ 25 ਚੌਕਾ 100, 25 ਪੰਜ 125, 4 दूनी 8, ਤਾਂ ਤੁਹਾਡਾ ਜਿਹੜਾ ਸੈਲਿੰਗ ਪ੍ਰਾਈਸ ਹੋ ਜਾਊਗਾ 25% ਪ੍ਰੋਫਿਟ ਦੇ ਨਾਲ ਉਹ ਕਿੰਨਾ ਹੋ ਜਾਊਗਾ ਜੀ 10 ਹੋ ਜਾਊਗਾ। ਠੀਕ ਹੈ, ਕਲੀਅਰ ਹੈ ਜੀ ਗੱਲ, 10 ਹੋ ਜਾਊਗਾ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੋ ਹੈਗਾ ਜੀ ਡੀ ਆਪਸ਼ਨ, 10 ਆਨਸਰ ਹੈ ਜਿਹੜਾ ਉਹ ਸਹੀ ਹੈ। ਠੀਕ ਹੈ, ਇੱਥੇ ਥੋੜ੍ਹਾ ਜਿਹਾ ਦੁਬਾਰੇ ਸਮਝ ਲਓ। ਕਾਸਟ ਪ੍ਰਾਈਸ ਹੈ ਜਿਹੜੀ ਉਹ ਕਾਫੀ ਪਾਊਡਰ ਦੀ ਇੱਕ ਪੈਕਟ ਦੀ ਉਹ ਹੈਗੀ 20 ਰੁਪਏ। ਠੀਕ ਹੈ, ਮਿਲਕ 1 ਲੀਟਰ ਕਿੰਨੇ ਦਾ 30 ਰੁਪਏ ਦਾ। ਠੀਕ ਹੈ, ਅਸੀਂ ਇੱਕ ਕੱਪ ਵੇਚਣਾ। ਠੀਕ ਹੈ, ਈਚ ਕੱਪ ਦੀ ਜਿਹੜੀ ਸੈਲਿੰਗ ਪ੍ਰਾਈਸ ਆ ਉਹ ਕੱਢਣੀ। ਮੈਨੂੰ ਕੀ ਹੈ ਜੀ ਇੱਕ ਕੱਪ ਦੇ ਵਿੱਚ ਕੀ ਆ ਉਹਦੀ ਕੌਫੀ ਪਾਊਡਰ ਚਾਹੀਦਾ, ਪਰ ਉਹਨੇ ਮੈਨੂੰ ਇੱਥੇ ਕਲੀਅਰ ਕਰਤਾ ਵੀ 10 ਕੱਪ ਕੌਫੀ ਬਣਾਉਣ ਦੇ ਲਈ ਕੀ ਕਰਨਾ ਪੈਂਦਾ ਜੀ, ਇੱਕ ਪੈਕਟ ਪੈ ਜਾਂਦਾ। ਮੈਂ ਜਦੋਂ ਇੱਕ ਕੱਪ ਬਣਾਉਂਗਾ ਤਾਂ ਮੇਰੀ 2 ਰੁਪਏ ਦੀ ਕੌਫੀ ਲੱਗੀ। ਠੀਕ ਹੈ, ਕਿਉਂਕਿ 20 ਦਾ ਪੈਕਟ ਹੈ। ਅਤੇ ਉਦੋਂ ਬਾਅਦ ਜਿਹੜਾ ਦੁੱਧ ਹੈ, ਮਿਲਕ ਹੈ, ਉਹ ਕੀ ਹੈ ਜੀ ਮੈਂ 200 ਮਿਲੀਲੀਟਰ ਯੂਜ਼ ਕਰਨਾ ਹੈ। ਮੈਨੂੰ ਪਤਾ ਵੀ 1000 ਮਿਲੀਲੀਟਰ ਹੁੰਦੇ ਨੇ 1 ਲੀਟਰ ਦੇ ਵਿੱਚ, ਤਾਂ ਜੀ ਕਿੰਨਵਾਂ ਹਿੱਸਾ ਹੋ ਗਿਆ, 5ਵਾਂ ਹਿੱਸਾ ਹੋ ਗਿਆ 30 ਰੁਪਏ ਦਾ, ਤਾਂ 6 ਰੁਪਏ ਮੇਰੇ ਉਹ ਯੂਜ਼ ਹੋ ਗਏ। ਠੀਕ ਹੈ ਜੀ, ਤਾਂ ਟੋਟਲ ਮੇਰੀ ਜਿਹੜੀ ਕਾਸਟ ਪੈ ਗਈ ਉਹ ਕਿੰਨੀ ਪੈ ਗਈ, ਇੱਕ ਕੱਪ ਦੀ 8 ਰੁਪਏ ਪੈ ਗਈ। ਠੀਕ ਹੈ ਜੀ, 8 ਰੁਪਏ ਪੈ ਗਈ। ਅਤੇ ਉਦੋਂ ਬਾਅਦ ਮੈਂ ਉਹਨੂੰ 25% 'ਤੇ ਪ੍ਰੋਫਿਟ 'ਤੇ ਵੇਚਣਾ ਹੈ। 8 ਗੁਣਾ 100 ਪਲੱਸ ਪ੍ਰੋਫਿਟ ਇਕੁਅਲ ਟੂ ਸੈਲਿੰਗ ਪ੍ਰਾਈਸ ਇੰਟੂ 100। ਠੀਕ ਹੈ, ਅਤੇ ਆਹ ਜਿਹੜਾ 100 ਆ ਉਦੋਂ ਬਾਅਦ ਕੀ ਆ ਜਾਊਗਾ ਜੀ ਥੱਲੇ ਆ ਜਾਊਗਾ। ਤਾਂ ਕੱਟ ਕਟਾ ਕੇ ਤੁਹਾਡਾ ਜਿਹੜਾ 10 ਆਨਸਰ ਆ ਉਹ ਸਹੀ ਹੈ। A merchant marked the price on his goods 20% more than that its cost price and allows a discount of 15%. His profit percent is। ਦੇਖੋ ਜੀ, ਜਦੋਂ ਵੀ ਮਾਰਕੀਟ ਪ੍ਰਾਈਸ ਦੀ ਗੱਲ ਕਰੂਗਾ, MRP ਦੀ ਗੱਲ ਕਰੂਗਾ, ਤਾਂ MRP ਦੇ ਉੱਤੇ ਹੀ ਡਿਸਕਾਊਂਟ ਦਿੱਤਾ ਜਾਂਦਾ ਹੈ। ਮਤਲਬ ਕੀ ਹੈ ਜੀ, ਡਿਸਕਾਊਂਟ ਦਾ ਜਿਹੜਾ ਰਿਲੇਸ਼ਨ ਹੈ ਉਹ ਕਿਹਦੇ ਨਾਲ ਹੈ ਜੀ, MRP ਦੇ ਨਾਲ ਹੈ। ਠੀਕ ਹੈ, ਅਤੇ MRP ਦਾ ਰਿਲੇਸ਼ਨ ਕਾਸਟ ਪ੍ਰਾਈਸ ਦਾ ਨਾਲ ਨਹੀਂ ਹੈਗਾ। ਠੀਕ ਹੈ, MRP ਦਾ ਰਿਲੇਸ਼ਨ ਕਿਹਦੇ ਨਾਲ ਹੈ ਜੀ, ਸੈਲਿੰਗ ਪ੍ਰਾਈਸ ਦੇ ਨਾਲ। ਠੀਕ ਹੈ, ਜਿਹੜਾ ਮੈਂ ਤੁਹਾਨੂੰ ਕੀ ਹੈ ਜੀ ਸੈਲਿੰਗ ਪ੍ਰਾਈਸ ਵਾਲਾ ਫਾਰਮੂਲਾ ਲਿਖਾਇਆ ਸੀ, ਸੈਲਿੰਗ ਪ੍ਰਾਈਸ ਇੰਟੂ 100 ਕਾਸਟ ਪ੍ਰਾਈਸ 100 ਪਲੱਸ ਪ੍ਰੋਫਿਟ ਜਾਂ ਲਾਸ। ਠੀਕ ਹੈ, ਜਦੋਂ ਵੀ ਮਾਰਕੀਟ ਪ੍ਰਾਈਸ ਆਊਗਾ ਤਾਂ ਤੁਸੀਂ ਕੁਛ ਨਹੀਂ ਯਾਦ ਕਰਨਾ, ਸਿਰਫ ਅਤੇ ਸਿਰਫ ਤੁਹਾਨੂੰ ਮੈਂ ਕੀ ਕਿਹਾ ਜੀ ਸੈਲਿੰਗ ਪ੍ਰਾਈਸ ਦਾ ਰਿਲੇਸ਼ਨ ਕਿਹਦੇ ਨਾਲ ਹੈ, MRP ਨਾਲ। ਤਾਂ ਕਾਸਟ ਪ੍ਰਾਈਸ ਦੀ ਜਗ੍ਹਾ 'ਤੇ ਕੀ ਕਰ ਦਿਓ ਤੁਸੀਂ, MRP ਕਰ ਦਿਓ। ਮਤਲਬ ਸੈਲਿੰਗ ਪ੍ਰਾਈਸ ਇੰਟੂ 100, ਇੱਥੇ ਆ ਗਿਆ ਜੀ ਮੇਰਾ ਮਾਰਕ ਪ੍ਰਾਈਸ 100। ਮਾਰਕ ਪ੍ਰਾਈਸ ਦਾ ਰਿਲੇਸ਼ਨ ਕਿਹਦੇ ਨਾਲ ਹੈ, ਡਿਸਕਾਊਂਟ ਦੇ ਨਾਲ। ਠੀਕ ਹੈ ਜੀ, ਤਾਂ ਬਸ ਤੁਸੀਂ ਇਹ ਫਾਰਮੂਲਾ ਯਾਦ ਰੱਖ ਲਓ। ਠੀਕ ਹੈ, ਯਾਦ ਵੀ ਕੀ ਰੱਖਣਾ, ਬਸ ਮੋਲਡ ਹੋ ਜਾਊਗਾ ਤੁਹਾਡਾ, ਇਹ ਤੋਂ ਬਣ ਜਾਊਗਾ ਇਹ। ਠੀਕ ਹੈ, ਤਾਂ ਬਸ ਫਿਰ ਕੀ ਕਰਨਾ ਜੀ ਤੁਸੀਂ, ਕਹਿੰਦਾ ਮਰਚੈਂਟ ਮਾਰਕਡ ਦਾ ਪ੍ਰਾਈਸ ਔਨ ਹਿਸ ਗੁੱਡਸ 20% ਮੋਰ ਦੈਨ ਇਟਸ ਕਾਸਟ ਪ੍ਰਾਈਸ। ਮੰਨ ਲਓ ਤੁਹਾਡਾ ਜਿਹੜਾ ਕਾਸਟ ਪ੍ਰਾਈਸ ਆ ਉਹ ਕਿੰਨਾ ਹੈ, 100 ਹੈ, ਅਤੇ ਜਿਹੜਾ ਵਪਾਰੀ ਹੈ ਉਹਨੇ ਮਾਰਕ ਪ੍ਰਾਈਸ ਕਿੰਨਾ ਲਾਇਆ ਹੋਇਆ ਜੀ, 20% ਜ਼ਿਆਦਾ ਲਾਇਆ ਹੋਇਆ ਕਿਹਦੇ ਨਾਲੋਂ, ਕਾਸਟ ਪ੍ਰਾਈਸ ਨਾਲੋਂ। ਜੇ ਇਹਦਾ 100 ਆ ਕਾਸਟ ਪ੍ਰਾਈਸ, ਠੀਕ ਹੈ, ਤਾਂ ਮਾਰਕ ਪ੍ਰਾਈਸ ਕਿੰਨਾ ਹੋ ਗਿਆ, 20% ਜ਼ਿਆਦਾ 120 ਹੋ ਗਿਆ। ਠੀਕ ਹੈ, ਹੁਣ ਮੈਨੂੰ ਪਤਾ ਲੱਗ ਗਿਆ ਵੀ ਮਾਰਕ ਪ੍ਰਾਈਸ ਦਾ ਰਿਲੇਸ਼ਨ ਕੀ ਹੈ ਜੀ, ਸੈਲਿੰਗ ਪ੍ਰਾਈਸ ਨਾਲ। ਮੈਨੂੰ ਪਤਾ ਹੈ ਮਾਰਕ ਪ੍ਰਾਈਸ, ਮੈਨੂੰ ਪਤਾ ਹੈ ਡਿਸਕਾਊਂਟ ਪਤਾ ਹੈ, ਤਾਂ ਮੈਂ ਇੱਥੋਂ ਸੈਲਿੰਗ ਪ੍ਰਾਈਸ ਕੱਢ ਸਕਦਾ। ਕਿਵੇਂ, ਦੇਖੋ ਮਾਰਕ ਪ੍ਰਾਈਸ ਦੀ ਵੈਲਿਊ ਕੀ ਆ ਗਈ ਫਾਰਮੂਲੇ 'ਤੇ, 120 ਆ ਗਈ, 100 ਫਾਰਮੂਲੇ ਦਾ ਆ ਗਿਆ, ਡਿਸਕਾਊਂਟ ਕਿੰਨਾ ਹੈ 15% ਦਾ। ਠੀਕ ਹੈ, ਤਾਂ ਇੱਥੇ ਕੀ ਆ ਜਾਊਗਾ ਜੀ, ਸੈਲਿੰਗ ਪ੍ਰਾਈਸ ਆ ਜਾਊਗਾ। ਜਿਹੜਾ ਸੈਲਿੰਗ ਪ੍ਰਾਈਸ ਦੇ ਨਾਲ 100 ਲੱਗਿਆ ਹੋਇਆ ਉਹ ਇੱਧਰ ਕੀ ਆ ਜਾਊਗਾ ਜੀ, ਥੱਲੇ ਆ ਜਾਊਗਾ। ਠੀਕ ਹੈ ਜੀ, ਅਤੇ ਸੈਲਿੰਗ ਪ੍ਰਾਈਸ ਤੁਹਾਡਾ ਕਿੰਨਾ ਆ ਜਾਊਗਾ, 120 ਇੰਟੂ 85 ਅਪੋਨ 100। ਠੀਕ ਹੈ, ਜਦੋਂ ਕੱਟੋਗੇ 20 5 100, 17 5 85। ਠੀਕ ਹੈ ਜੀ, 20 ਛਿਕ 120, 17 ਛਿਕ 102। ਠੀਕ ਹੈ, ਹੁਣ ਦੇਖੋ ਜੀ ਕਾਸਟ ਪ੍ਰਾਈਸ ਕਿੰਨਾ ਸੀ, 100 ਸੀ, ਸੈਲਿੰਗ ਪ੍ਰਾਈਸ ਕਿੰਨਾ ਆ ਗਿਆ, 102 ਆ ਗਿਆ। ਤਾਂ ਉਹਨੇ ਪ੍ਰੋਫਿਟ ਪੁੱਛਿਆ। ਪ੍ਰੋਫਿਟ ਤੁਹਾਨੂੰ ਪਤਾ ਹੈ ਵੀ ਜਦੋਂ ਮੈਂ ਕੀ ਕਰੂੰਗਾ ਜੀ, ਚੀਜ਼ ਕੀ ਕਰੂੰਗਾ, ਘੱਟ ਦੀ ਖਰੀਦੂੰਗਾ ਅਤੇ ਵੱਧ ਦੀ ਵੇਚੂੰਗਾ, ਉਦੋਂ ਮੈਨੂੰ ਪ੍ਰੋਫਿਟ ਹੋਊਗਾ, ਲਾਭ ਹੋਊਗਾ। ਕਾਸਟ ਪ੍ਰਾਈਸ 100 ਸੀ ਅਤੇ ਸੈਲਿੰਗ ਪ੍ਰਾਈਸ 102, ਤਾਂ ਪ੍ਰੋਫਿਟ ਹੋਇਆ ਕਿੰਨੇ ਦਾ, 2 ਦਾ। ਕਾਹਦੇ ਪਿੱਛੇ ਹੁੰਦਾ ਹੈ, ਕਾਸਟ ਪ੍ਰਾਈਸ ਪਿੱਛੇ, ਜਿਹੜਾ ਕੀ ਹੈ ਜੀ 100 ਇੰਟੂ 100, 100 ਨਾਲ 100 ਕੈਂਸਲ ਹੋ ਜਾਊਗਾ, ਤਾਂ 2% ਹੈ ਜਿਹੜਾ ਉਹ ਕੀ ਆ ਜਾਊਗਾ ਜੀ, ਪ੍ਰੋਫਿਟ ਆ ਜਾਊਗਾ। ਸਿੰਪਲ ਈਜ਼ੀ ਕੁਐਸਚਨ ਹੈ, ਤਾਂ ਬੀ ਆਪਸ਼ਨ ਹੈ ਜਿਹੜੀ ਉਹਦੀ ਸਹੀ ਆਨਸਰ ਹੈ। A sum of rupees 1550 was lent partially at 5% and partially at 8% per annum simple interest। ठीक है, simple interest का क्वेश्चन है। पहली गल तो the total interest received after 4 year was 400। the ratio of money मतलब मनी की प्रिंसीपल lent at 5% to that of lent at 8%। ਆਪਾਂ रेशो ਕੱਢਣੀ ਆ प्रिंसीपल ਦੀ, ਜਿਹੜਾ ਕਿ ਮੈਂ ਦਿੱਤਾ 5% ਤੇ 8% ਤੇ। ठीक है, देखो जी टाइम सानू दे रखे ने कितना है, 4 साल बाद। देखो जी की आ
ਪਾਰਸ਼ਲੀ ਦਿੱਤਾ ਹੋਇਆ ਜੀ, ਜਿਹੜਾ ਤੁਹਾਡਾ ਸਮ ਹੈ ਉਹ ਕੀ ਹੈ ਜੀ, ਪਾਰਸ਼ਲੀ ਦਿੱਤਾ ਹੋਇਆ। ਤਾਂ ਤੁਸੀਂ ਲੈਟ ਕਰ ਸਕਦੇ ਹੋ ਵੀ ਮੈਂ ਜਿਹੜਾ ਪਹਿਲਾ ਕੀ ਹੈ ਜੀ 1550 ਨੂੰ ਕਿੰਨਾ ਦੋ ਭਾਗਾਂ ਦੇ ਵਿੱਚ ਡਿਵਾਈਡ ਕਰਨਾ ਹੈ। ਮੈਂ ਪਹਿਲਾ ਕੀ ਲੈਟ ਕਰੂੰਗਾ, ਐਕਸ ਕਰੂੰਗਾ। ਇੱਕ ਮੇਰਾ ਕੀ ਹੋਊਗਾ ਜੀ ਸਮ, ਉਹ ਕੀ ਹੋਊਗਾ, ਐਕਸ ਹੋਊਗਾ। ਦੂਜਾ ਜਿਹੜਾ ਮੇਰਾ ਸਮ ਹੋਊਗਾ ਉਹ ਕਿੰਨਾ ਹੋਊਗਾ ਜੀ 1550 ਮਾਈਨਸ ਐਕਸ। ਮਤਲਬ ਪਹਿਲਾ ਪ੍ਰਿੰਸੀਪਲ ਕੀ ਹੋਊਗਾ ਜੀ P1 ਐਕਸ ਹੋਊਗਾ, P2 ਕੀ ਹੋਊਗਾ ਜੀ 1550 ਮਾਈਨਸ ਐਕਸ। ਠੀਕ ਹੈ ਜੀ, ਕਿਉਂਕਿ ਫਿਰ ਹੀ ਸੋਲਵ ਹੋਊਗਾ। ਤਾਂ ਇਹਨੇ ਕੀ ਕਿਹਾ ਜੀ, ਟੋਟਲ ਇੰਟਰਸਟ ਹੈ ਜਿਹੜਾ ਦੋਨਾਂ ਦਾ 4 ਸਾਲਾਂ ਬਾਅਦ ਉਹ ਕਿੰਨਾ 400 ਹੈ। ਤੁਹਾਨੂੰ ਪਤਾ ਜੀ ਵੀ ਸਿੰਪਲ ਇੰਟਰਸਟ ਦਾ ਫਾਰਮੂਲਾ ਕੀ ਹੁੰਦਾ, PRT/100। ਮੈਨੂੰ ਕੀ ਕਿਹਾ ਉਹਨੇ, ਦੋਨਾਂ ਦਾ ਜਿਹੜਾ ਇੰਟਰਸਟ ਹੈ 4 ਸਾਲਾਂ ਬਾਅਦ, ਦੋਨਾਂ ਕੀ ਦਾ, ਇੱਕ ਮੈਂ 5% ਤੇ ਦੇਊਂਗਾ, ਇੱਕ ਮੈਂ ਕੀ ਦੇਊਂਗਾ ਜੀ 8% ਤੇ। ਪਹਿਲਾਂ ਮੈਂ ਫਾਰਮੂਲਾ ਲਿਖਾ ਰਿਹਾ ਤੁਹਾਨੂੰ, /100 ਜਿਹੜਾ ਦੋਨਾਂ ਦਾ ਇੰਟਰਸਟ ਹੋਊਗਾ ਉਹ 400 ਹੋਊਗਾ। ਇੰਨੀ ਗੱਲ ਕਲੀਅਰ ਹੈ। ਠੀਕ ਹੈ ਜੀ। ਪ੍ਰਿੰਸੀਪਲ ਪਹਿਲਾ ਕੀ ਮੰਨਿਆ ਜੀ, ਮੈਂ ਐਕਸ ਮੰਨਿਆ। ਦੂਜਾ ਕਿੰਨਾ ਮੰਨਿਆ ਜੀ, ਮੈਂ ਰੇਟ ਕੀ ਹੈ ਜੀ ਉਹਦਾ 5% ਤੇ ਕੈਲਕੂਲੇਟ ਕਰੂੰਗਾ। ਟਾਈਮ ਕਿੰਨਾ ਤੁਹਾਨੂੰ ਪਤਾ 4 ਸਾਲ ਹੈ, /100 ਇਹਦਾ ਆ ਗਿਆ। ਦੂਜਾ ਜਿਹੜਾ ਪ੍ਰਿੰਸੀਪਲ ਹੈ ਉਹ ਹੈਗਾ ਜੀ 1550 ਮਾਈਨਸ ਐਕਸ ਹੈ। ਰੇਟ ਕਿੰਨੀ ਹੈ 8% ਹੈ। ਟਾਈਮ ਸੇਮ 4 ਈਅਰ ਹੈ ਅਤੇ ਇਹਦੇ ਵਿੱਚ ਕੀ ਹੈ ਜੀ 100 ਮਿਲ। ਠੀਕ ਹੈ ਜੀ। ਤਾਂ ਇਹਨੂੰ ਕੱਟ ਸਕਦੇ ਹੋ ਤੁਸੀਂ, ਇਹਨੂੰ ਕੱਟ ਦਿਓ ਤੁਸੀਂ, ਇਹ ਰਹਿ ਗਿਆ x/5 ਪਲੱਸ ਇਹਨੂੰ ਕੱਟ ਦਿਓਗੇ ਤੁਸੀਂ, ਇਹ ਰਹਿ ਜਾਊਗਾ ਜੀ 1550 ਮਾਈਨਸ ਐਕਸ ਇੰਟੂ 8/25 ਇਕੁਅਲ ਟੂ 400। ਠੀਕ ਹੈ ਜੀ। ਤਾਂ ਤੁਸੀਂ ਇੱਥੇ ਕੀ ਹੈ ਜੀ ਐਲਸੀਐਮ ਲੈ ਲਓ 25, ਇੱਥੇ ਕੀ ਆ ਗਿਆ 5x ਆ ਗਿਆ। ਠੀਕ ਹੈ। 8 ਨੂੰ ਜਦੋਂ 1500 ਨਾਲ 1550 ਦੇ ਨਾਲ ਗੁਣਾ ਕਰੋਗੇ 800 85 40 800 85 40। ਠੀਕ ਹੈ। 85 40 ਅਤੇ 4 44, 8 1 8 12 400। ਠੀਕ ਹੈ। ਮਾਈਨਸ 8 ਇੰਟੂ ਐਕਸ ਇਹਦੇ ਨਾਲ ਕਰੋਗੇ ਤਾਂ ਬਰਾਬਰ 400। ਠੀਕ ਹੈ ਜੀ। 5x ਅਤੇ 8x ਦੋਨਾਂ 'ਚ ਵੱਡਾ ਕੌਣ ਹੈ ਜੀ 8x ਹੈ, ਤਾਂ ਨਿਸ਼ਾਨੀ ਵੀ ਉਹਦੀ ਹੋਊਗੀ -3x ਪਲੱਸ 12 400 ਕ੍ਰੋਸ ਮਲਟੀਪਲਾਈ ਹੋ ਜੂ, ਇਹ ਉੱਧਰ ਕਿੰਨਾ ਆ ਗਿਆ ਜੀ 10,000। ਠੀਕ ਹੈ ਜੀ। ਅਤੇ 12,400 ਇੱਧਰ ਹੀ ਰਹਿ ਗਿਆ, 10,000 ਮੈਂ ਮਾਈਨਸ ਦਾ ਲੈ ਆਂਦਾ, -3x ਉੱਧਰ ਜਾ ਕੇ ਕੀ ਹੋ ਜੂਗਾ ਪਲੱਸ ਦਾ 3x ਹੋ ਜੂਗਾ। ਤਾਂ 2400 ਬਰਾਬਰ ਕਾਹਦੇ ਆ ਜੂਗਾ ਜੀ 3x ਦੇ ਬਰਾਬਰ ਆ ਜੂਗਾ। x ਦੀ ਵੈਲਿਊ ਕੀ ਆ ਗਈ ਜੀ ਸਾਡੀ 800 ਆ ਗਈ। ਠੀਕ ਹੈ। ਤਾਂ ਆਪਾਂ ਨੂੰ ਕੀ ਪੁੱਛਿਆ ਜੀ, ਮਨੀ ਲੈਂਟ ਐਟ 5% ਐਂਡ 8%। ਅਸੀਂ ਜਿਹੜੀ 5% ਦੇ ਲਈ ਹੈ ਜੀ ਉਹ ਕਿੰਨੀ ਲਈ ਹੈ, ਐਕਸ ਲਈ ਹੈ। ਮਤਲਬ ਇੱਕ ਵੀ ਮਨੀ ਕੀ ਆਊਗੀ ਸਾਡੀ 5% ਵਾਲੀ 800 ਆਊਗੀ। ਠੀਕ ਹੈ। ਉਹਦੀ ਰੇਸ਼ੋ ਪੁੱਛੀ ਹੈ। ਦੂਜੀ ਮਨੀ ਕੀ ਆਊਗੀ ਜੀ 1550 ਮਾਈਨਸ 800 ਮਤਲਬ 750 ਆਊਗੀ। ਠੀਕ ਹੈ। ਇੰਨੀ ਗੱਲ ਕਲੀਅਰ ਹੈ। ਇਹ ਤੋਂ ਬਾਅਦ ਇਹਦੀ ਰੇਸ਼ੋ ਬਣਾਉਣੀ ਹੈ, ਉਹਨੇ ਰੇਸ਼ੋ ਪੁੱਛੀ ਹੈ ਸਾਨੂੰ 16/5 80 15/5 75। ਠੀਕ ਹੈ ਜੀ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਤੁਹਾਡਾ ਇਹ ਆਪਸ਼ਨ 16/15। ਠੀਕ ਹੈ ਜੀ। ਸਿੰਪਲ ਕੁਐਸਚਨ ਹੈ। ਠੀਕ ਹੈ। ਦਿਮਾਗ ਨਾਲ ਕਰਨਾ, ਬਸ ਕਨਫਿਊਜ਼ ਨਹੀਂ ਹੋਣਾ। ਇੱਥੇ ਮੈਨੂੰ ਟਾਈਮ ਲੱਗ ਗਿਆ, ਜੇ ਆਪਾਂ ਕਾਪੀ ਪੈਨ ਚੱਕ ਕੇ ਕਰਾਂਗੇ ਤਾਂ ਸਿੰਪਲੀ ਤੁਹਾਡੇ 20 ਜਾਂ 30 ਸਕਿੰਟ ਮਸਾਂ ਲੱਗਣਗੇ। ਠੀਕ ਹੈ। ਕਿਉਂਕਿ ਇਹ 'ਚ ਵੀ ਮੈਂ ਕੀ ਹੈ ਜੀ ਕੈਲਕੂਲੇਸ਼ਨਾਂ ਤੁਹਾਨੂੰ ਕਰਕੇ ਵਿਖਾਈਆਂ ਤਾਂ ਕਰਕੇ। A certain sum becomes threefold at 4% annual rate of interest, at what rate it will becomes sixfold। ਦੇਖੋ ਜਮਾ ਸਿੰਪਲ ਕੁਐਸਚਨ ਹੈ। ਠੀਕ ਹੈ। ਬੇਸਿਕ ਨਾਲ ਕਰੋ ਇਹਨੂੰ, ਕੋਈ ਐਵੇਂ ਕਿਸੇ ਵੀ ਟ੍ਰਿਕ ਲਾਉਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਤੁਸੀਂ ਟ੍ਰਿਕ ਯਾਦ ਕਰੋਗੇ ਉਦੋਂ ਬੈਟਰ ਹੈ ਵੀ ਤੁਸੀਂ ਆਪਦਾ ਬੇਸਿਕ ਦੇ ਵਿੱਚ ਹੀ ਪਕੜ ਹੈ ਜਿਹੜੀ ਉਹ ਇੰਨੀ ਕੁ ਮਜ਼ਬੂਤ ਕਰ ਲਓ। ਠੀਕ ਹੈ। ਦੇਖੋ ਜੀ ਕੀ ਹੁੰਦਾ ਹੈ, ਇੱਕ ਹੁੰਦਾ ਤੁਹਾਡਾ ਪ੍ਰਿੰਸੀਪਲ, ਥੋੜ੍ਹਾ ਜਿਹਾ ਮੈਂ ਸਮਝਾਉਣ ਦੇ ਵਿੱਚ ਟਾਈਮ ਲਾਊਂਗਾ। ਇੱਕ ਹੁੰਦਾ ਸਿੰਪਲ ਇੰਟਰਸਟ, ਇੱਕ ਹੁੰਦਾ ਜੀ ਤੁਹਾਡੀ ਅਮਾਊਂਟ। ਠੀਕ ਹੈ। ਤੁਸੀਂ ਕੀ ਕੀਤਾ ਜੀ, ਤੁਹਾਡੇ ਕੋਲ ਪੈਸੇ ਪਏ ਸੀ 100 ਰੁਪਈਆ, ਆਪਦੀ ਲਾਈਵ ਐਗਜ਼ਾਮਪਲ ਲੈ ਲਓ। 100 ਰੁਪਈਆ ਪਿਆ ਤੁਹਾਡੇ ਕੋਲ। ਠੀਕ ਹੈ ਜੀ। ਤੁਸੀਂ ਕਿਸੇ ਬੰਦੇ ਨੂੰ ਉਧਾਰਾ ਦੇਤਾ 100 ਰੁਪਈਆ ਅਤੇ ਉਹਨੂੰ ਕਹਿਤਾ ਵੀ ਭਾਈ ਮੈਂ 5% ਤੇ ਤੈਨੂੰ ਦੇਊਂਗਾ 3 ਸਾਲਾਂ ਵਾਸਤੇ। ਠੀਕ ਹੈ। ਐਗਜ਼ਾਮਪਲ ਦੇ ਤੌਰ 'ਤੇ ਗੱਲ ਕਰ ਰਹੇ ਹਾਂ। ਠੀਕ ਹੈ। 3 ਸਾਲਾਂ ਬਾਅਦ ਉਹ ਜਿਹੜੇ 100 ਰੁਪਈਆ ਤੁਸੀਂ ਦਿੱਤਾ ਸੀ ਉਹ ਕਿੰਨਾ ਹੋ ਗਿਆ ਜੀ 200 ਹੋ ਗਿਆ। ਉਹ ਬੰਦੇ ਨੇ 3 ਸਾਲਾਂ ਬਾਅਦ ਤੁਹਾਨੂੰ ਵਿਆਜ ਦੇ ਸਮੇਤ, ਠੀਕ ਹੈ 4% ਜਾਂ 5% ਜਿਹੜੀ ਵੀ ਦਰ ਲਾਈ ਸੀ, ਰੇਟ ਲਾਈ ਸੀ, ਠੀਕ ਹੈ, ਉਹਦੇ ਸਮੇਤ ਤੁਹਾਨੂੰ ਕੀ ਹੈ ਜੀ 200 ਰੁਪਏ ਦਾ ਦੇਤਾ। 100 ਰੁਪਇਆ ਤੁਸੀਂ ਦਿੱਤਾ ਸੀ, ਤੁਹਾਨੂੰ 200 ਰੁਪਇਆ ਵਾਪਸ ਕਰਤਾ। ਠੀਕ ਹੈ। ਤਾਂ ਹੁਣ ਦੇਖੋ ਜਿਹੜਾ ਪ੍ਰਿੰਸੀਪਲ ਤੋਂ ਅਮਾਊਂਟ ਤੱਕ ਅਸੀਂ ਵੇਰੀ ਕੀਤਾ ਗਏ, ਉਹਦੇ ਵਿੱਚ 100 ਰੁਪਏ ਦਾ ਵਾਧਾ ਹੋਇਆ।
ਜਿਹੜਾ ਕਿ ਤੁਹਾਨੂੰ ਐਕਸਟਰਾ ਮਿਲਿਆ ਉਹ ਕੀ ਕਹਾਉਂਦਾ ਜੀ, ਸਿੰਪਲ ਇੰਟਰਸਟ ਕਹਾਉਂਦਾ, ਉਹੀ ਵਿਆਜ ਕਹਾਉਂਦਾ। ਉੱਥੋਂ ਤਾਈਓ ਅਸੀਂ ਪੈਸੇ ਦਿੰਦੇ ਹਾਂ ਕਿਸੇ ਨੂੰ ਵੀ ਸਾਨੂੰ ਵਿਆਜ ਆਊਗਾ, ਠੀਕ ਹੈ। ਤਾਂ ਪ੍ਰਿੰਸੀਪਲ ਕੀ ਹੈ ਜੀ 100 ਸੀ, ਸਿੰਪਲ ਇੰਟਰਸਟ ਕੀ ਹੋ ਗਿਆ 100 ਹੋ ਗਿਆ, ਤੇ ਲਾਸਟ ਤੇ ਕੀ ਬਣੇ ਜੀ ਅਮਾਊਂਟ ਹੋਇਆ, ਠੀਕ ਹੈ ਜੀ। ਅਮਾਊਂਟ ਸਾਰਿਆਂ ਨਾਲੋਂ ਵੱਡੀ ਹੁੰਦੀ ਹੈ, ਪ੍ਰਿੰਸੀਪਲ ਤੇ ਸਿੰਪਲ ਇੰਟਰਸਟ ਦੋਨੇ ਮਿਲ ਕੇ ਕੀ ਬਣਾਉਂਦੇ ਨੇ ਜੀ, ਅਮਾਊਂਟ ਬਣਾਉਂਦੇ ਨੇ। ਇੰਨੀ ਵੀ ਗੱਲ ਯਾਦ ਰੱਖ ਲਿਓ, ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੈ। ਹੁਣ ਇਹੀ ਹੈ ਜਿਹੜਾ ਇਹ ਸਮ ਦੇ ਵਿੱਚ ਕਿਹਾ ਹੈ, ਜਾਂ ਤਾਂ ਫਿਰ ਇਹਨੂੰ ਤੁਸੀਂ ਐਕਸ ਲੈ ਕੇ ਸੋਲਵ ਕਰ ਲਓ, ਚਾਹੇ ਤੁਸੀਂ 100 ਲੈ ਕੇ ਸੋਲਵ ਕਰ ਲਓ। ਮੈਂ 100 ਲੈ ਕੇ ਕਰਾ ਦਿੰਦਾ, ਐਕਸ ਲੈ ਕੇ ਤੁਸੀਂ ਆਪੇ ਕਰ ਲਿਓ, ਠੀਕ ਹੈ। ਦੇਖੋ ਕਹਿੰਦਾ ਸਰਟਨ ਸਮ ਬਿਕਮ, ਕੋਈ ਵੀ ਸਮ ਸੀਗਾ, ਮੈਂ ਮੰਨ ਲਿਆ ਮੇਰਾ ਪ੍ਰਿੰਸੀਪਲ 100 ਸੀ, ਉਹ 3 ਫੋਲਡ ਹੋ ਜਾਂਦਾ। 3 ਫੋਲਡ ਮਤਲਬ 3 ਗੁਣਾ 300 ਹੋ ਜਾਂਦਾ। 300 ਕਦੋਂ ਹੋਊਗਾ, ਜਦੋਂ ਉਹਦਾ ਵਿਆਜ ਵਿੱਚ ਲੱਗ ਕੇ ਤਾਈਓ ਅਮਾਊਂਟ ਬਣੂਗੀ। ਤਾਂ ਇਹਦੇ ਵਿੱਚ ਜਿਹੜਾ ਵਿਆਜ ਮਿਲਿਆ ਉਹ ਕਿੰਨਾ ਮਿਲਿਆ, ਇਹਨੂੰ 200 ਮਿਲਿਆ। ਤੁਹਾਨੂੰ ਫਾਰਮੂਲਾ ਪਤਾ ਹੀ ਹੈ ਜੀ, ਸਿੰਪਲ ਇੰਟਰਸਟ ਕਿੰਨਾ ਹੈ 200 ਹੈ, ਪ੍ਰਿੰਸੀਪਲ ਕਿੰਨਾ ਹੈ 100 ਹੈ, ਰੇਟ ਕਿੰਨੀ ਹੈ 4% ਹੈ। ਇੱਥੋਂ ਤੱਕ ਦੀ ਗੱਲ ਕਰ ਰਿਹਾ ਮੈਂ, ਇੱਕ ਵਾਰ ਇੱਥੋਂ ਤੱਕ ਪੜ੍ਹਿਆ ਆਪਾਂ, ਠੀਕ ਹੈ। ਇੱਥੋਂ ਮੈਨੂੰ ਟਾਈਮ ਪਤਾ ਲੱਗ ਜੂਗਾ, ਟਾਈਮ ਮੈਨੂੰ ਗਿਵਨ ਨਹੀਂ ਨਾ, ਇੱਥੋਂ ਮੈਂ ਟਾਈਮ ਕੱਢ ਲੂੰਗਾ ਅਪੋਨ 100, 100 ਨਾਲ 100 ਕੈਂਸਲ। ਟਾਈਮ ਹੈ ਜਿਹੜਾ ਉਹ ਮੇਰਾ ਕਿੰਨਾ ਆ ਗਿਆ ਜੀ, ਉਹ ਆ ਗਿਆ ਮੇਰਾ 50 ਈਅਰਸ ਆ ਗਿਆ, ਠੀਕ ਹੈ। ਉਹ ਤੋਂ ਬਾਅਦ ਕਹਿੰਦਾ ਐਟ ਵਟ ਰੇਟ ਇਟ ਵਿਲ ਬਿਕਮ 6 ਫੋਲਡ, ਕਹਿੰਦਾ ਇਹ 6 ਫੋਲਡ ਕਦੋਂ ਹੋ ਜਾਊਗਾ, ਵੀ ਮਤਲਬ 6 ਗੁਣਾ ਕਦੋਂ ਹੋ ਜਾਊਗਾ, ਠੀਕ ਹੈ। ਕਦੋਂ ਨਹੀਂ ਹੋ ਜਾਊਗਾ, ਕਿਸ ਰੇਟ ਨਾਲ ਹੋਊਗਾ। ਤਾਂ ਆਪਾਂ ਰੇਟ ਪਰਸੈਂਟ ਕੈਲਕੂਲੇਟ ਕਰਨਾ, 6 ਫੋਲਡ। ਹੁਣ ਮੈਂ ਪ੍ਰਿੰਸੀਪਲ ਕੀ ਮੰਨਿਆ ਜੀ 100 ਮੰਨਿਆ, 6 ਫੋਲਡ ਮਤਲਬ 6 ਗੁਣਾ ਅਮਾਊਂਟ ਹੀ ਮਿਲ ਕੇ ਆਊਗੀ, ਮੈਨੂੰ ਅਮਾਊਂਟ ਹੀ ਵਾਪਸ ਆਊਗੀ। ਤਾਂ 100 ਤੋਂ 600 ਹੋਇਆ, ਮੈਨੂੰ ਵਿਆਜ ਕਿੰਨਾ ਮਿਲ ਗਿਆ 500 ਮਿਲ ਗਿਆ। ਤਾਂ ਵਿਆਜ ਦੀ ਜਗ੍ਹਾ ਤੇ ਵਿਆਜ ਸਿੰਪਲ ਇੰਟਰਸਟ ਇਕੁਅਲ ਟੂ ਪ੍ਰਿੰਸੀਪਲ 100 ਆ ਗਿਆ। ਰੇਟ ਕਿੰਨਾ ਆਇਆ, ਰੇਟ ਆਇਆ ਜੀ, ਮੈਂ ਕੈਲਕੂਲੇਟ ਕਰ ਰਿਹਾ, ਟਾਈਮ ਮੈਂ ਪਹਿਲਾਂ ਕਿੰਨਾ ਕੱਢ ਲਿਆ 50 ਕੱਢ ਲਿਆ ਅਪੋਨ 100। ਹੁਣ ਪਹਿਲਾਂ ਵਾਲਾ ਰੇਟ ਨਹੀਂ ਚੱਲੂਗਾ, ਉਹ ਇਹਦੇ 'ਤੇ ਯੂਜ਼ ਹੋ ਗਿਆ ਸੀ, ਉੱਥੋਂ ਆਪਾਂ ਟਾਈਮ ਕੱਢਿਆ ਸੀ, ਟਾਈਮ ਤੋਂ ਆਪਾਂ ਕੀ ਕੱਢ ਲੈਣਾ ਹੁਣ ਰੇਟ ਕੱਢ ਲੈਣੀ ਹੈ, ਕਿਉਂਕਿ ਆਪਾਂ ਨੂੰ 6 ਫੋਲਡ 'ਤੇ ਆਪਾਂ ਕੀ ਕਰਨਾ 6 ਗੁਣਾ ਜਿਹੜਾ ਸਾਨੂੰ ਪੈਸੇ ਮਿਲੇ ਆ ਉਹਦੇ 'ਤੇ ਆਪਾਂ ਰੇਟ ਕੈਲਕੂਲੇਟ ਕਰਨਾ। 100 ਨਾਲ 100 ਕੈਂਸਲ ਹੋ ਗਿਆ ਜੀ, 50 ਦੇ ਨਾਲ 50, ਠੀਕ ਹੈ। ਤਾਂ ਰੇਟ ਕਿੰਨਾ ਆ ਗਿਆ ਜੀ 10% ਆ ਗਿਆ, ਠੀਕ ਹੈ ਜੀ। ਤਾਂ ਜਿਹੜਾ ਸਹੀ ਆਨਸਰ ਹੈ ਜੀ ਉਹ ਕਿੰਨਾ ਆ ਗਿਆ 10%, ਜਿਹੜਾ ਸਹੀ ਆਨਸਰ। ਐਕਸ ਲੈ ਕੇ ਕਿਵੇਂ ਕਰ ਸਕਦੇ ਤੁਸੀਂ ਮੰਨ ਲਿਆ ਭਾਈ ਐਕਸ ਪ੍ਰਿੰਸੀਪਲ ਕੀ ਹੈ ਐਕਸ ਹੈ, ਤਾਂ ਇੱਥੋਂ ਸੋਲਵ ਕਰੋ, ਇੱਕ ਪਾਰਟ ਸੋਲਵ ਕਰ ਦਿੰਦਾ ਮੈਂ। ਇਹ ਸਰਟਨ ਸਮ ਬਿਕਮਸ 3 ਫੋਲਡ, 3 ਫੋਲਡ ਹੋ ਜਾਂਦਾ, ਮਤਲਬ ਅਮਾਊਂਟ ਕੀ ਹੋ ਗਈ 3x ਹੋ ਗਈ, ਇੱਥੇ ਇਹ ਹੋ ਗਈ ਗੱਲ। ਤਾਂ ਵਿਆਜ ਕਿੰਨਾ ਮਿਲਿਆ 2x, ਫਾਰਮੂਲੇ 'ਚ ਭਰ ਦਿਓ, ਸਿੰਪਲ ਇੰਟਰਸਟ 2x ਇਕੁਅਲ ਟੂ p ਕਿੰਨਾ ਹੈ x ਹੈ, ਰੇਟ ਕਿੰਨਾ ਹੈ 4 ਹੈ, ਟਾਈਮ ਕਿੰਨਾ ਹੈ t ਹੈ, ਠੀਕ ਹੈ। 100 x ਨਾਲ ਤਾਂ x ਕੈਂਸਲ ਹੀ ਹੋ ਜੂਗੀ, ਠੀਕ ਹੈ। 25 ਆ ਜੂਗਾ, 25 ਨੂੰ 2 ਨਾਲ ਗੁਣਾ ਕਰੋਗੇ ਜਦੋਂ 50 ਈਅਰ ਆ ਜਾਣਗੇ, ਠੀਕ ਹੈ। ਤਾਂ ਸਹੀ ਆਨਸਰ ਆ ਜੂਗਾ। ਉਦੋਂ ਬਾਅਦ ਟੀ ਨਿਕਲ ਕੇ ਉਦੋਂ ਬਾਅਦ ਤੁਸੀਂ ਕੀ ਕੱਢ ਸਕਦੇ ਹੋ, ਰੇਟ ਕੱਢ ਸਕਦੇ ਹੋ, ਠੀਕ ਹੈ। ਉਹੀ x ਮੰਨ ਲਿਓ ਅਤੇ ਉਦੋਂ ਬਾਅਦ ਕੀ ਹੋ ਜੂਗਾ 6x ਹੋ ਜੂਗਾ, ਠੀਕ ਹੈ ਜੀ। ਤਾਂ ਕਲੀਅਰ ਹੈ, ਇਹ ਆਪਸ਼ਨ ਇਹਦਾ ਸਹੀ ਆਨਸਰ। ਦ ਪੋਪੂਲੇਸ਼ਨ ਆਫ ਟਾਊਨ ਇਜ਼ 12,800, ਇਟ ਇਨਕਰੀਜ਼ਜ਼ ਬਾਏ 15% ਇਨ ਦਾ ਫਸਟ ਈਅਰ and decreased by 20% in second year, ठीक है जी। what is the population of the town at the end of 2 years, ठीक है जी। ਤਾਂ ਦੇਖੋ ਜੀ ਇਹਨੂੰ ਕੀ ਕਰਨਾ, ਤੁਸੀਂ ਸਿੰਪਲ ਜਮਾਂ ਈਜ਼ੀ ਤਰੀਕੇ ਨਾਲ ਕਰਨਾ। 15% ਦੀ ਤੁਹਾਨੂੰ ਵੈਲਿਊ ਪਤਾ ਹੋਣੀ ਚਾਹੀਦੀ ਹੈ, ਕੀ ਹੁੰਦੀ ਹੈ ਜੀ 3/20 ਹੁੰਦੀ ਹੈ। ਇਹਨੇ ਕੀ ਕਿਹਾ, ਕਹਿੰਦਾ ਇਟ ਇਨਕਰੀਜ਼ਜ਼ ਬਾਏ 15% ਇਨ ਫਸਟ ਈਅਰ। ਮੈਂ ਪਹਿਲੇ ਈਅਰ ਦੀ ਗੱਲ ਕਰਦਾ, ਇਹਦੇ ਵਿੱਚ ਕੀ ਹੋਇਆ ਜੀ, ਪਹਿਲਾਂ ਕੀ ਸੀਗੀ ਜੀ 20 ਸੀਗੀ, ਤਾਂ ਵੱਧ ਕੇ ਕਿੰਨੀ ਹੋ ਗਈ 23 ਹੋ ਗਈ। ਫਸਟ ਈਅਰ ਦੇ ਵਿੱਚ 20 ਸੀਗੀ, ਪੋਪੂਲੇਸ਼ਨ ਜਿਹੜੀ ਵੱਧ ਕੇ ਕਿੰਨੀ ਹੋ ਗਈ 23 ਹੋ ਗਈ, 20 ਜੀ ਪਲੱਸ 3 ਕਿੰਨੀ ਹੋ ਗਈ ਜੀ 23 ਹੋ ਗਈ। ਕਲੀਅਰ ਹੈ ਜੀ ਗੱਲ। ਉਦੋਂ ਬਾਅਦ ਕਹਿੰਦਾ ਡਿਕਰੀਜ਼ ਹੋ ਗਈ ਸੈਕਿੰਡ ਈਅਰ ਦੇ ਵਿੱਚ 20%, ਤਾਂ ਸੈਕਿੰਡ ਈਅਰ ਦੇ ਵਿੱਚ ਕਿੰਨੀ ਹੋ ਗਈ ਡਿਕਰੀਜ਼ 20%। ਤਾਂ 20% ਦੀ ਵੈਲਿਊ ਕੀ ਹੁੰਦੀ ਹੈ ਜੀ 5, 1/5। ਪਹਿਲਾਂ ਕਿੰਨੀ ਸੀ 5 ਸੀ, ਹੁਣ ਕੀ ਹੋਇਆ ਜੀ ਘਟੀ ਹੈ 1, ਤਾਂ ਕਿੰਨੀ ਰਹਿ ਗਈ 4 ਰਹਿ ਗਈ, ਠੀਕ ਹੈ। ਤਾਂ ਤੁਹਾਨੂੰ ਕੀ ਦਿੱਤਾ ਹੋਇਆ ਜੀ, ਦਾ ਪਾਪੂਲੇਸ਼ਨ ਆਫ ਟਾਊਨ ਇਜ਼ 12,800, ਠੀਕ ਹੈ। ਤਾਂ ਪਹਿਲਾਂ ਜਿਹੜੀ ਪਾਪੂਲੇਸ਼ਨ ਸੀ ਸਾਡੇ ਅਕੋਰਡਿੰਗ ਉਹ ਕਿੰਨੀ ਸੀ 100 ਸੀ, ਬਾਅਦ ਦੇ ਵਿੱਚ ਸਾਡੇ ਅਕੋਰਡਿੰਗ ਜਿਹੜੀ ਪਾਪੂਲੇਸ਼ਨ ਸੀ ਉਹ ਕਿੰਨੀ ਹੋ ਗਈ 92 ਹੋ ਗਈ, ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੈ। ਹੁਣ ਜਿਹੜੀ ਆਹ ਸਾਨੂੰ ਵੈਲਿਊ ਦਿੱਤੀ ਹੋਈ ਹੈ ਇਹ ਸਾਨੂੰ ਪਹਿਲਾਂ ਵਾਲੀ ਦਿੱਤੀ ਹੋਈ ਹੈ, ਮਤਲਬ 12,800 ਪਹਿਲਾਂ ਦੀ ਦਿੱਤੀ ਹੋਈ ਹੈ। ਸਾਡੇ ਅਕੋਰਡਿੰਗ ਪਹਿਲਾਂ ਕਿੰਨੇ ਸੀਗੇ ਪਾਪੂਲੇਸ਼ਨ, ਉਹ 100 ਸੀ, ਕੁਐਸਚਨ ਦੇ ਮੁਤਾਬਕ ਕਿੰਨੀ ਹੈ 12,800। ਕਲੀਅਰ ਹੈ ਜੀ। ਤਾਂ ਇੱਕ ਦੀ ਵੈਲਿਊ ਕਿੰਨੀ ਆ ਜੂਗੀ 1268 ਆ ਜੂਗੀ। ਉਹਨੇ ਕੀ ਪੁੱਛਿਆ ਐਂਡ ਆਫ 2 ਈਅਰ, ਐਂਡ ਆਫ 2 ਈਅਰ ਕਿੰਨੀ ਹੋ ਗਈ ਜੀ 92, ਤਾਂ 8 ਦੂਣੀ 16, ਠੀਕ ਹੈ ਜੀ। ਤਾਂ 16 6 ਪਿੱਛੇ ਕਿਹਦੇ ਹੈ ਜੀ, ਇਹ ਹੈਗੇ ਤੁਹਾਡੇ 11
ਇਹਦੇ ਦੋਨਾਂ ਦੇ ਹੈ ਜੀ। ਠੀਕ ਹੈ, ਤਾਂ ਗੁਣਾ ਕਰਕੇ ਜਿਹੜਾ ਵੀ ਤੁਹਾਡਾ ਆਨਸਰ ਹੋਇਆ ਉਹ ਆ ਜਾਊਗਾ। ਜੇ ਕਰਨੀ ਹੈ ਤਾਂ ਕਰ ਸਕਦੇ ਹੋ ਇੱਥੇ ਗੁਣਾ। 8 ਦੂਣੀ 16, 1 6 ਦੂਣੀ 12 ਤੇ 1 13, 2 ਦੂਣੀ 4 1 5, 2 1 2। ਠੀਕ ਹੈ ਜੀ, 92 ਨਾਲ 9 72 7, 9 6 54 7 61 6, 9 2 18 6 24 2, 9 1 9, 9 ਦੇ 2 11। ਇੱਥੋਂ ਤੁਹਾਨੂੰ ਪਤਾ ਲੱਗ ਗਿਆ ਵੀ 11 ਆ ਗਿਆ ਮੂਹਰੇ, ਤਾਂ ਇਹਦਾ ਜਿਹੜਾ ਸੀ ਆਪਸ਼ਨ ਆ ਉਹ ਸਹੀ ਆਨਸਰ ਹੈ। ਠੀਕ ਹੈ ਜੀ। ਇਨਕਮ ਆਫ ਸ਼ਾਂਤਨੂ ਵਾਜ਼ ₹4000 in the first 2 years. His income decreased by 10% and 5% respectively, but in third year the income increased by 15%. What was the income at the end of third year? ਸੇਮ ਉਹਦੇ ਵਾਂਗੂ ਕੁਐਸਚਨ ਹੈ। ਕੀ ਹੈ ਜੀ, ਪਹਿਲੇ 2 ਸਾਲ ਹੈ ਜਿਹੜੀ ਉਹ ਕੀ ਕੀਤੀ ਜੀ, ਜਿਹੜੀ ਇਨਕਮ ਆ ਉਹ ਡਿਕਰੀਜ਼ ਹੋਈ। ਮਤਲਬ ਫਸਟ ਈਅਰ ਦੇ ਵਿੱਚ ਕੀ ਹੋਇਆ ਜੀ, 10% ਦੀ ਵੈਲਿਊ ਕੀ ਹੁੰਦੀ ਹੈ ਜੀ, 1/10 ਹੁੰਦੀ ਹੈ। ਮਤਲਬ 10 ਸੀਗੀ, 10 ਤੋਂ ਕਿੰਨੀ ਹੋ ਗਈ ਡਿਕਰੀਜ਼ ਹੋ ਗਏ, 9 ਹੋ ਗਈ, 1 ਘਟ ਗਈ। ਠੀਕ ਹੈ, ਦੂਜੇ ਸਾਲ ਦੇ ਵਿੱਚ ਕੀ ਹੋਇਆ ਜੀ, 5% ਡਿਕਰੀਜ਼ ਹੋਈ, ਮਤਲਬ 1/20 ਹੋ ਗਈ। 20 ਤੋਂ ਘਟ ਕੇ ਕਿੰਨੀ ਹੋ ਗਈ ਜੀ, ਰਹਿ ਗਈ 1 ਘਟ ਗਈ 19 ਰਹਿ ਗਈ। ਠੀਕ ਹੈ, ਤੀਜੇ ਸਾਲ ਦੇ ਵਿੱਚ ਕੀ ਹੋਇਆ ਜੀ, ਜਿਹੜੀ ਇਨਕਮ ਹੈ ਉਹ ਇਨਕਰੀਜ਼ ਹੋ ਗਈ। 15% ਦੀ ਜਿਹੜੀ ਇਹਦੇ ਵਿੱਚ ਇਨਕਰੀਮੈਂਟ ਹੋ ਗਈ ਹੈ। ਠੀਕ ਹੈ, ਤਾਂ 15% ਦੀ ਵੈਲਿਊ ਕੀ ਹੁੰਦੀ ਹੈ ਜੀ, 3/20। ਤਾਂ 20 ਕੀ ਸੀਗੀ, ਓਰੀਜਨਲ ਸੀਗੀ, ਕਿੰਨੀ ਘਟ ਗਈ, 3 ਘਟ ਗਈ, ਤਾਂ ਕਿੰਨੀ ਰਹਿ ਗਈ, 17 ਘਟ ਗਈ, 17 ਰਹਿ ਗਈ। ਠੀਕ ਹੈ, ਤਾਂ ਟੋਟਲ ਜਿਹੜਾ ਪਹਿਲਾ ਨਤੀਜਾ ਸੀਗਾ ਇਨਕਮ ਸੀ ਉਹ ਕਿੰਨੀ ਸੀਗੀ ਤੁਹਾਡੀ, 4000 ਸੀ। ਠੀਕ ਹੈ, ਗੁਣਾ ਕੀਤਾ ਜਦੋਂ ਇਹਨਾਂ ਨੂੰ। ਠੀਕ ਹੈ, ਤੇ ਬਾਅਦ ਦੇ ਵਿੱਚ ਕੀ ਆਇਆ ਜੀ, 19 ਨਾਲ ਆਏ ਕਿੰਨੇ ਹੁੰਦੇ ਜੀ, 171 ਹੁੰਦੇ, ਮੇ ਵੀ ਗੁਣਾ 17। 1 1 1 1 7 7 1। ਠੀਕ ਹੈ, 7 10 7 1 8 1 9 1 1 2, 2907। ਠੀਕ ਹੈ ਜੀ, 2907 ਇਹ ਵਧੀਆ। ਠੀਕ ਹੈ, ਇਨਕਰੀਜ਼ ਹੋਈ ਹੈ, ਸੌਰੀ 23 ਆਊਗਾ ਇੱਥੇ। ਠੀਕ ਹੈ, 171 ਨੂੰ 23 ਨਾਲ ਮਲਟੀਪਲਾਈ ਕਰਨਾ, 3 3 7 21 2 3 1 3 ਤੇ 2 5। ਠੀਕ ਹੈ, 2 1 2 2 7 14 1 2 2 4 ਤੇ 2 1 2 3। ਠੀਕ ਹੈ, ਇਹ ਆ ਗਈ 3 3 9 39 33। ਠੀਕ ਹੈ ਜੀ, ਇਹ ਆ ਗਈ ਤੁਹਾਡੀ 39 33। ਹੁਣ ਇਹਨੇ ਸਾਨੂੰ ਕੀ ਕਿਹਾ ਜੀ, ਵਟ ਵਾਜ਼ ਦਾ ਇਨਕਮ ਐਟ ਦਾ ਐਂਡ ਆਫ ਥਰਡ ਈਅਰ। ਥਰਡ ਈਅਰ ਤੋਂ ਬਾਅਦ ਉਹਦੀ ਇਨਕਮ ਕਿੰਨੀ ਰਹਿ ਗਈ। ਸਾਡੇ ਅਕੋਰਡਿੰਗ ਜਿਹੜੀ ਪਹਿਲਾਂ ਇਨਕਮ ਸੀ ਉਹ ਕਿੰਨੀ ਸੀ, 4000। ਕੁਐਸਚਨ ਦੇ ਅਕੋਰਡਿੰਗ ਕਿੰਨੀ ਹੈ, 4000। ਤਾਂ 4000 ਬਰਾਬਰ 4000, ਕਿੰਨਾ ਰਹਿ ਗਿਆ, 1 ਦੀ ਵੈਲਿਊ ਕਿੰਨੀ ਆ ਗਈ, 1 ਆ ਗਈ। ਠੀਕ ਹੈ, ਤੇ ਉਹਨੇ ਪੁੱਛਿਆ ਜੀ ਥਰਡ ਈਅਰ ਤੋਂ ਬਾਅਦ 1 ਦੀ ਵੈਲਿਊ 1 ਹੈ, 3933 ਦੀ ਵੈਲਿਊ ਕਿੰਨੀ ਹੋ ਗਈ, ਗੁਣਾ 3933। ਤਾਂ ਤੁਹਾਡਾ ਜਿਹੜਾ ਆਨਸਰ ਆ ਗਿਆ ਉਹ 3933 ਆ ਗਿਆ। ਠੀਕ ਹੈ, ਹੋਪ ਕਰਦਾ ਵੀ ਤੁਹਾਨੂੰ ਸਮਝ ਆ ਗਿਆ ਹੋਊਗਾ। ਠੀਕ ਹੈ ਜੀ, ਇਹਦਾ ਜਿਹੜਾ ਸਹੀ ਆਨਸਰ ਹੈਗਾ ਜੀ ਉਹ ਹੈਗਾ ਏ ਆਪਸ਼ਨ। A man borrows ₹5100 to be paid back with compound interest at the rate of 4% per annual by the end of second year in 2 equal yearly installment. How much will each installment will be? ਦੇਖੋ ਜੀ, ਤੁਹਾਨੂੰ ਪਹਿਲੀ ਗੱਲ ਤਾਂ ਪਤਾ ਲੱਗ ਗਿਆ ਵੀ ਇਹ ਜਿਹੜਾ ਕੁਐਸਚਨ ਹੈ ਉਹ ਕੰਪਾਊਂਡ ਇੰਟਰਸਟ ਦਾ। ਠੀਕ ਹੈ ਜੀ, ਦੂਜੀ ਗੱਲ ਇਹ ਹੈ ਜੀ, ਕੁਐਸਚਨ ਹੈ ਜੀ ਇੰਸਟਾਲਮੈਂਟ ਦਾ। ਠੀਕ ਹੈ, ਤਾਂ ਇੰਸਟਾਲਮੈਂਟ ਦਾ ਜਿਹੜਾ ਕੁਐਸਚਨ ਹੈ ਇਹਨੂੰ ਸੋਲਵ ਕਰਨ ਲਈ ਸਿੰਪਲ ਇੱਕ ਟ੍ਰਿਕ ਹੈ ਜੀ। ਕੀ ਹੈ ਉਹ, ਇੰਸਟਾਲਮੈਂਟ ਦਾ ਜਿਹੜਾ ਫਾਰਮੂਲਾ ਹੁੰਦਾ ਉਹ ਹੁੰਦਾ ਜੀ, ਇੰਸਟਾਲਮੈਂਟ ਇਕੁਅਲ ਟੂ ਪ੍ਰਿੰਸੀਪਲ ਇਨਟੂ ਬਿਗਰ ਨੰਬਰ ਅਪੋਨ ਸਮ। ਠੀਕ ਹੈ, ਜਦੋਂ ਕਰ ਲਓਗੇ ਉਦੋਂ ਬਾਅਦ ਸੌਖਾ ਹੋ ਜਾਊਗਾ, ਇਹ ਕੋਈ ਔਖਾ ਨਹੀਂ ਹੈਗਾ। 1 ਪਲੱਸ ਇੰਟੂ R%। ਠੀਕ ਹੈ ਜੀ, 1 ਪਲੱਸ R%। ਠੀਕ ਹੈ, ਇੰਨੀ ਗੱਲ ਕਲੀਅਰ ਹੈ। ਇੰਸਟਾਲਮੈਂਟ ਇਕੁਅਲ ਟੂ ਪ੍ਰਿੰਸੀਪਲ ਇੰਟੂ ਬਿਗਰ ਨੰਬਰ ਅਪੋਨ ਸਮ ਇੰਟੂ 1 ਪਲੱਸ R%। ਕਲੀਅਰ ਹੈ ਜੀ। ਦੇਖੋ ਹੁਣ ਤੁਹਾਨੂੰ ਆਰ ਜਿਹੜੀ ਰੇਟ ਆ ਉਹ ਕਿੰਨੀ ਦਿੱਤੀ ਹੋਈ ਹੈ, 4% ਦਿੱਤੀ ਹੋਈ ਹੈ। ਠੀਕ ਹੈ ਜੀ, 4% ਤੁਸੀਂ ਭਰਿਆ, 1 ਪਲੱਸ R% ਕੱਢੋਗੇ ਪਹਿਲਾਂ, 4/100 1/25। ਤਾਂ ਇਹਨੂੰ ਸੋਲਵ ਕਰਕੇ ਕਿੰਨਾ ਆ ਜਾਊਗਾ ਜੀ, 26/25 ਆ ਜਾਊਗਾ। ਠੀਕ ਹੈ ਜੀ, ਇੰਨੀ ਗੱਲ ਕਲੀਅਰ ਹੈ। ਦੇਖੋ ਇੱਥੇ ਨਾਲ ਦੀ ਨਾਲ ਭਰੀ ਜਾਓ, ਪ੍ਰਿੰਸੀਪਲ ਕਿੰਨਾ ਹੈ 5100, ਬਿਗਰ ਨੰਬਰ ਤੇ ਸਮ ਆਪਾਂ ਹਜੇ ਕੱਢਦੇ ਹਾਂ। 1 ਪਲੱਸ R% ਕਿੰਨਾ ਹੈ ਜੀ, 26/25। ਹੁਣ ਗੱਲ ਆ ਗਈ ਟਾਈਮ ਪੀਰੀਅਡ ਦੀ, ਤਾਂ ਕਿੰਨਾ ਹੈ ਜੀ 2 ਸਾਲ।
ठीक है। तो जो भी इत्थे बिगर नंबर से सम कढ़ना है 26/25 आया सी वो असीं इत्थे भरता एक बार, ठीक है। तो उदों बाद जो इत्थे सॉल्व करना है तो इनू उल्टा देना है, 26/25 नूं की कर देना जी तुसीं 25/26, ठीक है। तो देखो एक तो स्टार्ट करना है, एक जे 2 साल लिए तो इत्थों तक जाऊगा 25/26, ठीक है। एक फिर 25/26 जे 3 साल नहीं हुंदा तो 25/26 की आ जाता स्केयर हो जाता, ठीक है। जे 4 साल नहीं हुंदा तो 25/26 की क्यूब हो जाता, ठीक है। तो पर आपां की करना जी 2 सालों तक ही करना, ठीक है। हुण इन्हां दा एलसीएम लो तो की आ गया 26 आ गया, तो पहली संख्या की आ गई जी 26 आ गई, दूजी संख्या की आ गई 25 आ गई, ठीक है। वो सम के अकॉर्डिंग की हो जाता जी सॉल्व हो जाता, ठीक है। तो आपां नूं बिगर नंबर दोनों चों किहड़ा 26 है तो उत्ते लिखता, दोनों का सम की है जी 25 ते 26 कितना होंदा जी 51 होंदा, कैंसल कर दो 51 100 आ गया, 25 चौक कितना आ गया जी 100 आ गया, 26 कितना होंदा जी 676 होंदा है, गुणा 4 है, 6 चौका 24 मतलब यूनिट डिजिट की आना चाहिए 4 आना चाहिए, तो 4 कि चाहिए ए ऑप्शन च, तो ऑप्शन ए है जी वो साडा सही आंसर है, ठीक है। तो इत्थों दोबारे समझ लो इंस्टॉलमेंट का जोड़ा कंपाउंड इंट्रस्ट के लिए जोड़ा फार्मूला है वो अलग है, तो सिंपल इंट्रस्ट के लिए जोड़ा इंस्टॉलमेंट का फार्मूला है वो अलग है, ठीक है। की है प्रिंसीपल इंटू बिगर नंबर अपॉन सम इंटू 1+r%, 1+r% थोनों ये सिंपल ही है, तो कढ़ ही लओगे, मतलब कितना आ गया एक आर की जगह 4/% का 100 लग गया, ठीक है। 26/25 इत्थे पुट करता, ठीक है जी। उदों बाद जो तुम आ नंबर बनाना है तो वो की करना है, जोड़ा 26/25 आया इनू उल्टा दो, पहला स्टैप 25/26 हो गया। उदों बाद जिन्ने भी ईयर दिते ने, ठीक है, उस हिसाब नाल इनू अगे अगे वधाई चलो, पहला लिखो 1, दूजे का लिखो उल्टा के कितना हो गया 25/26, जे 3 साल लिए कहा होंगे जी तो 25/26 का स्केयर आ जाता, जे 4 साल लिए कहा होंगे जी अगे जाके की आ जाता 25/26 का की आ जाता जी क्यूब आ जाता, ठीक है। तो अपन 2 साल तक चाहिए सी, ठीक है। तो एक बार लिख लिया, उस बाद यदा एलसीएम लो 26 मैं एलसीएम ले लिया, पहली संख्या मेरी कितनी आ जूगी मल्टीप्लाई हो जूगी क्योंकि 26 आ जू, दूजी बार 26 नाल 26 कैंसल हो जूगा, कट के गया जो एक आ जू, एक दे नाल 25 की मल्टीप्लाई करूँगा 25, ठीक है। दोनों चो वड्डा नंबर किहड़ा है 26 है, तो बिगर नंबर की जगह पर 26 भरता, सम दोनों का जे 3 होंगे तो सारिਆਂ ਦਾ सम हो जाता, तो 26 ते 25 का की आ गया जी हुण इत्थे जोड़ 51 आ गया, उदों बाद कैंसल आउट ही करना है, या तो तुहाडा जिहड़ा ए ऑप्शन आ वो सही आंसर है। जे तुहानूं सैशन वधिया लग्या तो चैनल नूं शेयर करियो, सबसक्राइब करियो ते लाइक करना ना भुल्लिओ, ਤੁਹਾਡਾ ਜਿਹੜਾ ਲਾਈਕ ਹੈ ਉਹ ਮੇਰੇ ਲਈ ਐਪਰੀਸ਼ੀਏਸ਼ਨ ਦਾ ਕੰਮ ਕਰਦਾ ਹੈ। ਮੈਂ ਪਲੇਲਿਸਟ ਦੇ ਵਿੱਚ ਕੰਪਿਊਟਰ ਦੇ ਨਾਲ ਰਿਲੇਟਡ ਜੀਕੇ ਦੇ ਨਾਲ ਰਿਲੇਟਡ ਕੀ ਹੈ ਜੀ ਬਹੁਤ ਸਾਰੇ ਕੀ ਹੈ ਮੌਕ ਟੈਸਟ ਸੀਰੀਜ਼ਾਂ ਚਲਾਈਆਂ ਹੋਈਆਂ ਨੇ, ਤਾਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਜੇ ਤੁਹਾਨੂੰ ਸੈਸ਼ਨ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਵਾਚ ਕਰਨ ਦੇ ਲਈ।